आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਨਹੂ ਸੁੰਦਰ ਬਾਗ ਲਗਾਏ, ਕਦਲੀ ਬਦਰੀ ਤਰ ਸਮੁਦਾਏ। ਆਰੂ ਅਮਰੂਦ ਬਹੁ ਮੇਵੇ, ਲਾਗੇ ਸਿਓ ਜਿਨ ਕੋ ਖਗ ਸੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਬੜੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਬਹੁਤ ਵੱਡੇ ਭਾਗ ਨੇ ਕਿ ਸਾਨੂੰ ਸਾਰਿਆਂ ਨੂੰ ਇਸ ਵੇਲੇ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਮੇਲੇ ਹੋ ਰਹੇ ਹਨ ਔਰ ਗੁਰੂ ਕੀ ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ, ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਪਣੀਆਂ ਮਨ ਬਿਰਤੀਆਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜੋੜੀਏ। ਤੇਗ ਬਹਾਦਰ ਧਰਮ ਧੁਜ ਹਰਤਾ ਤੁਰਕਨ ਮੂਲ। ਧਰਮ ਦੀ ਧੁਜਾ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਜ਼ਾਲਮਾਂ ਦੀਆਂ ਜੜ੍ਹਾਂ ਪੁੱਟ ਦਿੱਤੀਆਂ। ਹਿੰਦੁਸਤਾਨ ਵਿੱਚ ਸਦੀਆਂ ਤੋਂ ਕਾਇਮ ਹੋਏ ਤੁਰਕਾਂ ਦੇ ਰਾਜ ਨੂੰ ਜੜੋਂ ਪੁੱਟ ਕੇ ਖਾਰੇ ਸਮੁੰਦਰ 'ਚ ਸੁੱਟਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹੀ ਹਨ। ਆਪ ਜੀ ਦੀ ਸ਼ਹਾਦਤ ਨੇ ਧਰਮ ਦੀ ਰਾਖੀ ਕੀਤੀ ਹੈ, ਅਧਰਮ ਦਾ ਨਾਸ ਕੀਤਾ ਹੈ। ਸਤਿਗੁਰੂ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਗੁਰੂ ਖਾਲਸਾ ਪੰਥ 1 ਮਈ ਨੂੰ ਮਨਾ ਰਿਹਾ ਹੈ। ਉਸ ਸੰਬੰਧ ਵਿੱਚ ਆਪਾਂ ਸਾਰੇ ਮਹਾਰਾਜ ਦੀ ਪਵਿੱਤਰ ਗੁਰਬਾਣੀ ਦੇ ਲਾਹੇ ਪ੍ਰਾਪਤ ਕਰ ਰਹੇ ਹਾਂ ਤੇ ਗੁਰੂ ਇਤਿਹਾਸ ਦੀ ਕਥਾ ਵੀ ਸੁਣ ਰਹੇ ਹਾਂ। ਮਹਾਰਾਜ ਜੀ ਹੁਣ ਪੂਰਬ ਨੂੰ ਬਿਆਨਾ ਕੀਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਕਲਮ ਨਾਲ ਲਿਖਦੇ ਹਨ, ਮੁਰਪਿਤ ਪੂਰਬ ਕੀਸ ਬਿਆਨਾ। ਮੇਰੇ ਪਿਤਾ ਨੇ ਪੂਰਬ ਨੂੰ ਬਿਆਨਾ ਕੀਤਾ, ਭਾਂਤ ਭਾਂਤ ਕੇ ਤੀਰਥ ਨਾਨਾ। ਭਾਂਤ ਭਾਂਤ ਦੇ ਪਾਵਨ ਤੀਰਥਾਂ ਦੇ ਇਸ਼ਨਾਨ ਕੀਤੇ। ਜਬ ਹੀ ਜਾਤ ਤ੍ਰਿਵੇਣੀ ਭਏ, ਜਦੋਂ ਤ੍ਰਿਵੇਣੀ ਗਏ ਹਨ ਇਲਾਹਾਬਾਦ। ਪੁੰਨ ਦਾਨ ਦਿਨ ਕਰਤ ਬਿਤਏ, ਬਹੁਤ ਦਾਨ ਪੁੰਨ ਲੰਗਰ ਲਾਏ ਹਨ। ਤੇ ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਾਵ ਲਿਓ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਹਨਾਂ ਬਚਨਾਂ ਦੀ ਬਹੁਤ ਲੰਮੀ ਵਿਆਖਿਆ ਹੈ। ਉਹ ਕਵੀਰਾਜ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿੱਚ ਕੀਤੀ ਹੈ। ਆਪ ਜੀ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੀ ਇਹ ਪਾਵਨ ਕਥਾ ਸਰਵਣ ਕਰੋ। ਜਦੋਂ ਮਹਾਰਾਜ ਜੀ ਲਾਡਵੇ ਦੇ ਕੋਲ ਬਨੀ ਬਦਰਪੁਰ ਪਹੁੰਚੇ, ਉੱਥੇ ਸਤਿਗੁਰੂ ਜੀ ਨੇ ਜਿੰਨੀ ਵੀ ਮਾਇਆ ਆਈ ਸੀ ਉੱਥੋਂ ਦੇ ਜ਼ਿਮੀਂਦਾਰ ਨੂੰ ਦਿੱਤੀ ਵੀ ਇੱਥੇ ਇੱਕ ਬਣੀ ਮਤਲਬ ਇੱਕ ਬਾਗ ਬਗੀਚਾ ਲਾ ਦੇਵੀਂ। ਤੇ ਬਦਰ ਕਹਿੰਦੇ ਨੇ ਜਿਹੜਾ ਉਹ ਥੈਲਾ ਜਿਹਦੇ 'ਚ ਪੈਸੇ ਪਏ ਹੁੰਦੇ ਬਦਰਾ ਕਹਿੰਦੇ ਨੇ। ਗੁਰਬਾਣੀ 'ਚ ਆਉਂਦਾ ਨਾਨਕ ਬਦਰਾ ਮਾਲਕਾ। ਬਦਰਾ ਮੈਨੇ ਉਹ ਥੈਲਾ ਜਿਹਦੇ 'ਚ ਸੋਨੇ ਦੀਆਂ ਮੋਹਰਾਂ ਜਾਂ ਚਾਂਦੀ ਦੇ ਰੁਪਈਏ ਪੈਂਦੇ ਹਨ। ਗੁਰੂ ਸਾਹਿਬ ਨੇ ਉਹ ਬਦਰਾ ਉਸ ਜ਼ਿਮੀਂਦਾਰ ਨੂੰ ਦਿੱਤਾ ਵੀ ਖੂਹ ਲਵਾਵੀਂ, ਗੁਰਦੁਆਰਾ ਬਣਾ ਦੇਵੀਂ, ਸੰਗਤਾਂ ਰਹਿਣਗੀਆਂ, ਜਪ ਤਪ ਹੋਵੇਗਾ। ਉਸਨੇ ਉਸੇ ਤਰ੍ਹਾਂ ਹੀ ਕੀਤਾ। ਗੁਰੂ ਸਾਹਿਬ ਜੀ ਮਹਾਰਾਜ ਵਾਸਤੇ ਬਾਗ ਵੀ ਲਾ ਦਿੱਤਾ, ਖੂਹ ਵੀ ਲਾ ਦਿੱਤਾ ਤੇ ਬਾਅਦ 'ਚ ਗੁਰਦੁਆਰਾ ਵੀ ਬਣ ਗਿਆ। ਹੁਣ ਵੀ ਉੱਥੇ ਬੜਾ ਸੁੰਦਰ ਗੁਰਦੁਆਰਾ ਹੈ। ਪਿੰਡ ਦਾ ਨਾਮ ਹੀ ਬਨੀ ਬਦਰਪੁਰ ਹੈ, ਲਾਡਵੇ ਦੇ ਨੇੜੇ ਹੈ। ਸ੍ਰੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੁਣ ਕਥਾ ਅੱਗੇ ਆਰੰਭ ਹੋਈ ਹੈ। ਮਹਾਰਾਜ ਨੂੰ ਸੰਗਤਾਂ ਉਡੀਕ ਰਹੀਆਂ। ਮਹਾਰਾਜ ਜਮਨਾ ਪਾਰ ਹੋਏ ਹਨ। ਅੱਗੇ ਬਹੁਤ ਲੰਮਾ ਦੇਸ਼ ਹੈ, ਯੂਪੀ, ਬਿਹਾਰ, ਅਸਾਮ, ਬੰਗਾਲ, ਬੰਗਲਾਦੇਸ਼ ਤੱਕ ਗੁਰੂ ਕੇ ਸਿੱਖ ਬੈਠੇ ਨੇ, ਉਡੀਕਦੇ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਉਣ। ਢਾਕੇ ਬੰਗਲਾਦੇਸ਼ ਤੱਕ ਗੁਰੂ ਸਾਹਿਬ ਗਏ ਹਨ। ਉਹ ਸੰਗਤਾਂ ਕਿੱਦਾਂ ਉਡੀਕ ਰਹੀਆਂ ਸਨ। ਕਵੀਰਾਜ ਭਾਈ ਸੰਤੋਖ ਸਿੰਘ ਉਹਨਾਂ ਸਿੱਖਾਂ ਦੇ ਅੰਦਰ ਦੇ ਪਿਆਰ ਦਾ ਇਸ ਅਧਿਆਏ ਵਿੱਚ ਵਰਣਨ ਕੀਤਾ ਹੈ। ਕੁਝ ਆਪਾਂ ਰਾਤ ਸਰਵਣ ਕੀਤਾ ਸੀ ਵੀ ਕਈ ਸਿੱਖ ਮਹਾਰਾਜ ਵਾਸਤੇ ਕੱਪੜੇ ਦੇ ਥਾਨ ਤਿਆਰ ਕਰਕੇ ਬੈਠੇ ਵੀ ਗੁਰੂ ਸਾਹਿਬ ਆਉਣਗੇ, ਮਹਾਰਾਜ ਨੂੰ ਚੋਲਾ ਪਵਾਵਾਂਗੇ। ਕੋਈ ਸੋਹਣੀਆਂ ਮਲਮਲ ਦੀਆਂ ਦਸਤਾਰਾਂ ਲੈ ਕੇ ਬੈਠੇ ਵੀ ਗੁਰੂ ਸਾਹਿਬ ਨੂੰ ਭੇਟਾ ਕਰਾਂਗੇ। ਕਈਆਂ ਨੇ ਬਾਗ ਲਵਾਏ ਨੇ, ਗੁਰੂ ਸਾਹਿਬ ਆਉਣਗੇ ਇਹਨਾਂ ਬਾਗਾਂ ਦੇ ਵਿੱਚ ਸੈਰ ਕਰਨਗੇ। ਕਈਆਂ ਨੇ ਘਰ ਵੱਡੇ ਬਣਾਏ ਨੇ, ਇਹਨਾਂ ਘਰਾਂ 'ਚ ਗੁਰੂ ਸਾਹਿਬ ਰਹਿਣਗੇ। ਕਈਆਂ ਨੇ ਸਾਧ ਸੰਗਤ ਜੀ ਘੋੜੇ ਪਾਲੇ ਹੋਏ ਨੇ, ਗੁਰੂ ਸਾਹਿਬ ਆਉਣਗੇ ਉਹਨਾਂ ਨੂੰ ਘੋੜੇ ਭੇਟਾ ਕਰਾਂਗੇ।
ਕਈਆਂ ਨੇ ਸ਼ਸਤਰ ਖਰੀਦ ਕੇ ਰੱਖਿਆ, ਗੁਰੂ ਸਾਹਿਬ ਨੂੰ ਸ਼ਸਤਰ ਭੇਟਾ ਕਰਾਂਗੇ। ਇਸ ਤਰ੍ਹਾਂ ਗੁਰੂ ਕੀਆਂ ਸੰਗਤਾਂ ਬਹੁਤ ਪ੍ਰੇਮ ਨਾਲ, ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਣ ਸੁਣਾਵਨਾ, ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਣਾ। ਇਹ ਜਿਹੜੀ ਗੁਰਬਾਣੀ ਦੀ ਪੰਕਤੀ ਹੈ ਨਾ, ਇਹ ਸਾਕਾਰ ਰੂਪ ਵਿੱਚ ਗੁਰਸਿੱਖ ਵਰਤ ਰਹੇ ਨੇ, ਉਡੀਕਾਂ ਕਰ ਰਹੇ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਡੀਕ ਗੁਰੂ ਕੀਆਂ ਸੰਗਤਾਂ ਕਿਸ ਪ੍ਰਕਾਰ ਕਰ ਰਹੀਆਂ ਹਨ। ਆਓ ਇਹ ਕਥਾ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਨਹੂ ਸੁੰਦਰ ਬਾਗ ਲਗਾਏ। ਕਿਸੇ ਸਿੱਖਾਂ ਨੇ, ਗੁਰੂ ਕੇ ਪਿਆਰਿਆਂ ਨੇ ਗੁਰੂ ਸਾਹਿਬ ਵਾਸਤੇ ਆਉਣ ਤੋਂ ਪਹਿਲਾਂ ਹੀ ਸੋਹਣੇ ਸੋਹਣੇ ਬਾਗ ਬਗੀਚੇ ਲਵਾਏ ਹੋਏ ਹਨ। ਕਦਲੀ ਬਦਰੀ ਤਰ ਸਮੁਦਾਏ। ਕਈ ਤਰ੍ਹਾਂ ਦੇ ਸੋਹਣੇ ਕੇਲਿਆਂ ਦੇ, ਸੇਬਾਂ ਦੇ, ਅਨਾਰਾਂ ਦੇ, ਬੇਰਾਂ ਦੇ ਰੁੱਖ ਲਾਏ ਹੋਏ ਹਨ। ਆਰੂ ਅਮਰੂਦ ਬਹੁ ਮੇਲੇ। ਕਿਸੇ ਨੇ ਆੜੂ ਲਾਏ ਹਨ, ਕਿਸੇ ਅਮਰੂਦ ਲਾਏ ਹਨ। ਬੜੇ ਸੋਹਣੇ ਸੋਹਣੇ ਫਲਦਾਰ ਬੂਟੇ ਬਾਗਾਂ ਵਿੱਚ ਲਵਾਏ ਹਨ। ਲਗੇ ਸੇਓ ਜਿਨ ਕੋ ਖਗ ਸੇਵੇ। ਕਿ ਐਸੇ ਐਸੇ ਸੋਹਣੇ ਬੂਟੇ ਹਨ, ਕਿਤੇ ਸੇਬ ਲੱਗੇ ਹਨ, ਕਿਤੇ ਅਨਾਰ ਲੱਗੇ ਹਨ, ਕਿਤੇ ਅਮਰੂਦ ਲੱਗੇ ਹਨ, ਕਿਤੇ ਪਪੀਤੇ ਦੇ ਰੁੱਖ ਲਾਏ ਹਨ, ਬੂਟੇ ਲਾਏ ਹਨ। ਵੀ ਗੁਰੂ ਸਾਹਿਬ ਇਹਨਾਂ ਬਾਗਾਂ ਵਿੱਚ ਆਉਣਗੇ, ਸੈਰਾਂ ਕਰਨਗੇ, ਇਹਨਾਂ ਦਾ ਫਲ ਖਾਣਗੇ। ਬਹੁ ਰੰਗਨ ਕੀ ਸੁੱਟ ਫੁੱਲ ਬਾਰੀ। ਔਰ ਬੜੀਆਂ ਸੋਹਣੀਆਂ ਸੋਹਣੀਆਂ ਫੁਲਵਾੜੀਆਂ ਲਾਈਆਂ ਹਨ। ਕਿਤੇ ਸਾਧ ਸੰਗਤ ਜੀ ਚਮੇਲੀ ਦੇ ਬੂਟੇ ਲਾਏ ਹਨ, ਕਿਤੇ ਗੇਂਦੇ ਦੇ ਲਾਏ ਹਨ, ਕਿਤੇ ਬੜੇ ਸੁੰਦਰ ਗੁਲਾਬ ਦੇ ਫੁੱਲ ਲਾਏ ਹਨ। ਧਰਮ ਨਿੰਬੂ ਸਿੰਚਤ ਬਾਰੀ। ਨਿੰਬੂਆਂ ਦੇ ਬੂਟੇ ਲਾਏ ਹਨ, ਅਨਾਰਾਂ ਦੇ ਬੂਟੇ ਲਾਏ ਹਨ। ਲਤਕਾ ਲਾਏ ਮਨੋਹਰ ਨਾਨਾ। ਨਾਨਾ ਪ੍ਰਕਾਰ ਦੀਆਂ ਬੇਲਾਂ ਲਾਈਆਂ ਹਨ, ਜਿਨ੍ਹਾਂ ਨੂੰ ਵੱਖਰੇ ਵੱਖਰੇ ਤਰ੍ਹਾਂ ਦੇ ਫਲ ਲੱਗਦੇ ਹਨ। ਹਿਤ ਬੈਠਣ ਕੇ ਬੀਚ ਸਥਾਨਾ। ਉਹਨਾਂ ਬਾਗਾਂ ਦੇ ਵਿੱਚ ਬੜੇ ਸੋਹਣੇ ਫੁਹਾਰੇ ਲਾਏ ਹਨ ਤੇ ਗੁਰੂ ਸਾਹਿਬ ਦੇ ਲਈ ਬੈਠਣ ਲਈ ਥੜੇ ਬਣਾਏ ਹੋਏ। ਵੀ ਇਹਨਾਂ ਥੜਿਆਂ ਤੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਿਰਾਜਣਗੇ, ਆਲੇ ਦੁਆਲੇ ਸੰਗਤਾਂ ਬੈਠਣਗੀਆਂ, ਗੁਰੂ ਸਾਹਿਬ ਬਾਗਾਂ 'ਚ ਬਹਿ ਕੇ ਕਥਾ ਕਰਿਆ ਕਰਨਗੇ। ਦੇਖੋ ਗੁਰੂ ਕੇ ਸਿੱਖਾਂ ਦੀ ਗੁਰੂ ਪ੍ਰਤੀ ਕੀ ਭਾਵਨਾ ਸੀ। ਜਿੱਥੇ ਸੱਚੇ ਪਾਤਸ਼ਾਹ ਨੇ ਬਾਣੀ 'ਚ ਲਿਖਿਆ ਨਾ, ਬਈ ਗੁਰੂ ਕੇ ਸਿੱਖ ਜਿਹੜੇ ਹਨ ਚਾਤਰਿਕ ਦੀ ਤਰ੍ਹਾਂ, ਚਾਤਰਿਕ ਚਿਤਵਤ ਬਰਸਤ ਮੇ, ਉਹ ਬਵੀਹਾ ਪ੍ਰਿਓ 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 ਕਰਦਾ ਉੱਪਰ ਮੂੰਹ ਕਰਕੇ, ਵੀ ਸਵਾਂਤੀ ਬੂੰਦ ਜਦ ਮੇਰੇ ਮੂੰਹ 'ਚ ਪਵੇਗੀ। ਏਦਾਂ ਗੁਰੂ ਕੇ ਸਿੱਖ ਜਿਹੜੇ ਹਨ ਗੁਰੂ ਗੁਰੂ ਜਪਦੇ ਹਨ। ਗੁਰੂ ਆਵੇਗਾ, ਗੁਰੂ ਦੇ ਦਰਸ਼ਨ ਕਰਾਂਗੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਐਸੀ ਭਾਵਨਾ ਦੇ ਨਾਲ ਉਡੀਕ ਰਹੇ ਹਨ। ਚੌਂ ਦਿਸ ਮਹਿ ਸੁੰਦਰ ਸਬਜ਼ਾਈ। ਬੜੇ ਸੋਹਣੇ ਸੋਹਣੇ ਹਰੇ ਹਰੇ ਬੂਟੇ ਲੱਗੇ ਹਨ, ਬੜੀ ਸਾਰੇ ਪਾਸੇ ਸਬਜ਼ਾਈ ਕੀਤੀ ਹੋਈ ਹੈ। ਸਿੱਖਾਂ ਨੇ ਵੱਖਰੇ ਵੱਖਰੇ ਸ਼ਹਿਰਾਂ ਵਿੱਚ, ਕੋਈ ਲਖਨਊ ਵਿੱਚ ਬੈਠਾ ਉਡੀਕ ਰਿਹਾ ਹੈ, ਕੋਈ ਅਯੁੱਧਿਆ ਵਿੱਚ ਬਹਿ ਕੇ ਉਡੀਕ ਰਿਹਾ ਹੈ, ਕੋਈ ਸਾਧ ਸੰਗਤ ਜੀ ਸਾਸਾਰਾਮ ਦੇ ਵਿੱਚ ਚਾਚਾ ਫੱਗੂ ਮਲ ਵਰਗੇ ਪ੍ਰੇਮੀ ਉਡੀਕ ਰਹੇ ਹਨ, ਕੋਈ ਜੈਤ ਰਾਮ ਭਾਈ ਬੱਠੇ ਵਰਗੇ ਪਟਨਾ ਸਾਹਿਬ 'ਚ ਬਹਿ ਕੇ ਉਡੀਕ ਰਹੇ ਹਨ, ਕੋਈ ਬੁਲਾਕੀ ਦਾਸ ਵਰਗੇ ਸਾਧ ਸੰਗਤ ਜੀ ਉਹ ਕਿਤੇ ਢਾਕੇ ਬੰਗਲਾਦੇਸ਼ 'ਚ ਬੈਠੇ ਉਡੀਕ ਰਹੇ ਹਨ। ਗੁਰੂ ਕੇ ਸਿੱਖਾਂ ਦੇ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਟੋਲੇ ਹਨ, ਜਥੇ ਹਨ, ਜਿਹੜੇ ਰੋਜ਼ ਸਵੇਰੇ ਸ਼ਾਮ ਕੀਰਤਨ ਕਰਦੇ ਤੇ ਬਾਣੀ ਪੜ੍ਹਦੇ ਤੇ ਅਰਦਾਸ ਕਰਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਨ, ਸਾਡੇ ਦੇਸ਼ ਵਿੱਚ ਆਉਣ, ਸਾਡੇ ਦੇਸ਼ ਵਿੱਚ ਸਿੱਖੀ ਦਾ ਬੂਟਾ ਹੋਰ ਪੱਕਾ ਹੋਵੇ। ਮਣੀ ਬਡੂਰਜ ਮਨ ਹੋ ਸਹਾਈ। ਕਹਿੰਦੇ ਇੰਨੀ ਸੋਹਣੀ ਧਰਤੀ ਹਰੀ ਹਰੀ ਹੋ ਗਈ, ਐਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਕਹਿੰਦੇ ਮਾਨੋ ਬਡੂਰਜ ਮਣੀਆਂ ਹੀ ਵਿਛ ਗਈਆਂ ਹੁਣ ਧਰਤੀ ਦੇ ਉੱਤੇ ਹਰੇ ਰੰਗ ਦੀਆਂ। ਕਿਨਹੂ ਉਤਮ ਅੰਨ ਧਰੇ ਹੈ। ਕਈ ਸਿੱਖਾਂ ਨੇ ਵਧੀਆ ਵਧੀਆ ਅੰਨ ਜਿਹੜਾ ਹੈ ਸਾਂਭ ਕੇ ਰੱਖਿਆ ਹੈ। ਚੰਗੀ ਕਣਕ, ਦੇਸੀ ਕਣਕ
ਜਿਹਦਾ ਪ੍ਰਸ਼ਾਦਾ ਬੜਾ ਸਵਾਦੀ ਹੁੰਦਾ ਸੀ। ਹੁਣ ਤਾਂ ਉਹ ਪੰਜਾਬ ਵਿੱਚ ਵੀ ਨਹੀਂ ਲੱਭਦੀ ਦੇਸੀ ਕਣਕ, ਦਾਣਾ ਛੋਟਾ ਹੁੰਦਾ ਸੀ ਤੇ ਰੋਟੀ ਇੰਨੀ ਮਿੱਠੀ ਤੇ ਸਵਾਦੀ ਬਣਦੀ ਸੀ ਵੀ ਜ਼ੁਬਾਨੋਂ ਲੈਂਦੀ ਨਹੀਂ ਸੀ ਸਾਧ ਸੰਗਤ ਜੀ। ਹੁਣ ਤਾਂ ਉਹ ਚੀਜ਼ਾਂ ਹੀ ਸਾਰੀਆਂ ਸੁਪਨਾ ਹੀ ਬਣ ਗਈਆਂ, ਨਾ ਉਹ ਮੱਕੀ ਰਹੀ, ਨਾ ਉਹ ਕਣਕ ਰਹੀ, ਨਾ ਉਹ ਚਾਵਲ ਰਹੇ। ਸਭ ਰੇਹਾਂ ਪਾ ਪਾ ਕੇ, ਖਾਦਾਂ ਪਾ ਪਾ ਕੇ ਅਸੀਂ ਫਸਲਾਂ ਪੈਦਾ ਕਰਨ ਲੱਗੇ ਹਾਂ ਤੇ ਕੁਦਰਤ ਤੋਂ ਅਸੀਂ ਦੂਰ ਹੋ ਗਏ ਹਾਂ। ਕਹਿੰਦੇ ਕਿਸੇ ਸਿੱਖ ਨੇ ਦੇਸੀ ਕਣਕ ਦੇ ਮੱਟ ਭਰ ਕੇ ਰੱਖੇ ਵੀ ਆਉਣਗੇ ਨਾ ਪਾਤਸ਼ਾਹ ਅਸੀਂ ਇਸ ਆਟੇ ਦਾ ਪ੍ਰਸ਼ਾਦਾ ਛਕਾਵਾਂਗੇ। ਕਿਸੇ ਨੇ ਸੋਹਣੇ ਚਾਵਲ ਰੱਖੇ, ਮਹਾਰਾਜ ਆਉਣਗੇ ਤੇ ਬਾਸਮਤੀ ਦੇ ਸੋਹਣੇ ਚਾਵਲ ਸਤਿਗੁਰਾਂ ਨੂੰ ਛਕਾਵਾਂਗੇ। ਕਿਸੇ ਨੇ ਦਾਲਾਂ ਰੱਖੀਆਂ ਹਨ ਵਧੀਆ ਵਧੀਆ, ਮੇਵੇ ਮਦਰ ਇਕੱਤਰ ਕਰੇ ਹੈ। ਕਿਸੇ ਨੇ ਸਾਧ ਸੰਗਤ ਜੀ ਮੇਵੇ ਇਕੱਠੇ ਕੀਤੇ, ਬਦਾਮ, ਕਾਜੂ ਤੇ ਛੁਹਾਰੇ, ਇਦਾਂ ਦੇ ਜਿਹੜੇ ਸੁੱਕੇ ਮੇਵੇ, ਡਰਾਈ ਫਰੂਟ ਜਿਹਨੂੰ ਆਪਾਂ ਕਹਿੰਦੇ ਆ, ਉਹ ਮੇਵੇ ਮਹਾਰਾਜ ਵਾਸਤੇ ਪਹਿਲਾਂ ਹੀ ਇਕੱਠੇ ਕਰਕੇ ਰੱਖ ਲਏ ਵੀ ਸਤਿਗੁਰਾਂ ਨੇ ਆਉਣਾ ਤੇ ਅਸੀਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਹ ਮੇਵੇ ਛਕਾਣੇ ਹਨ। ਸ੍ਰੀ ਗੁਰ ਆਵਹਿ ਦੇਹ ਆਹਾਰਾ, ਤੇ ਬੜੀ ਸ਼ਰਧਾ ਨਾਲ ਅਰਦਾਸ ਕਰਦੇ ਸਤਿਗੁਰੂ ਆਉਣ ਤੇ ਅਸੀਂ ਆਪਣੇ ਹੱਥਾਂ ਨਾਲ ਲੰਗਰ ਛਕਾਈਏ ਗੁਰੂ ਸਾਹਿਬ ਜੀ ਮਹਾਰਾਜ ਨੂੰ। ਸਕਲ ਸਮਗਰੀ ਕਰ ਧਰ ਤਿਆਰਾ, ਗੁਰੂ ਕੇ ਸਿੱਖ ਬੜੇ ਪ੍ਰੇਮ ਨਾਲ ਸਮਗਰੀਆਂ, ਵਸਤੂਆਂ, ਪਦਾਰਥ ਗੁਰੂ ਸਾਹਿਬ ਦੇ ਸਤਿਕਾਰ ਸਵਾਗਤ ਲਈ ਤਿਆਰ ਕਰਕੇ ਰੱਖੀ ਬੈਠੇ ਹਨ। ਕਿਨਹੂ ਰੁਚਿਰ ਫਰਸ਼ ਬਣਵਾਏ, ਕਈਆਂ ਨੇ ਬੜੇ ਸੋਹਣੇ ਗਲੀਚੇ, ਦਰੀਆਂ ਤਿਆਰ ਕਰਾਏ ਹਨ। ਜਿਹੜੇ ਆ ਕਾਰਪੇਟ ਵਿਛੇ ਥੱਲੇ, ਇਹਨੂੰ ਪਹਿਲੇ ਜ਼ਮਾਨੇ 'ਚ ਫਰਸ਼ ਕਹਿੰਦੇ ਸਨ ਤੇ ਉਹ ਫਰਸ਼ ਜਿਹੜੇ ਸਨ ਗਲੀਚੇ ਜਾਂ ਦਰੀਆਂ ਦੇ ਹੁੰਦੇ ਸਨ, ਥੱਲੇ ਵਿਛਾਣੇ, ਉਹਦੇ ਉੱਤੇ ਫਿਰ ਮਹਾਰਾਜ ਨੂੰ, ਸੰਗਤ ਨੂੰ ਬਿਠਾਣਾ। ਕਈਆਂ ਨੇ ਬੜੇ ਬੜੇ ਸੁੰਦਰ ਗਲੀਚੇ ਤਿਆਰ ਕਰਾ ਕੇ ਰੱਖੇ ਹਨ। ਅਸ ਕੇ ਹਿਤ ਤ੍ਰਿਣ ਕਿਨਹੂ ਰਖਾਏ, ਘੋੜਿਆਂ ਵਾਸਤੇ ਦਾਣਾ ਵੀ ਚਾਹੀਦਾ, ਗੁਰੂ ਸਾਹਿਬ ਦੀ ਫੌਜ ਵੀ ਆਣੀ ਹੈ। ਘੋੜਿਆਂ ਨੂੰ ਘਾਹ ਪੱਠੇ ਦੇਣ ਵਾਸਤੇ, ਤਿਰਣ ਮੈਨੇ ਘਾਹ ਪੱਠਾ, ਬਹੁਤ ਸਾਰਾ ਘਾਹ ਪੱਠਾ ਜਮ੍ਹਾਂ ਕਰਕੇ ਰੱਖਿਆ। ਕਈਆਂ ਨੇ ਆਪਣੇ ਖੇਤਾਂ 'ਚ ਚਰੀ ਬੀਜੀ ਹੈ ਜਾਂ ਕਈਆਂ ਨੇ ਬਰਸਣ ਬੀਜੀ ਹੈ ਵੀ ਜਦੋਂ ਮਹਾਰਾਜ ਦੇ ਘੋੜੇ ਆਉਣਗੇ ਤੇ ਉਹਨਾਂ ਨੂੰ ਵਧੀਆ ਚਾਰਾ ਪਾਵਾਂਗੇ। ਇਤਿਆਦਿਕ ਵਸਤੂ ਗੁਰ ਕਾਰਨ, ਏਦਾਂ ਪੂਰਬ ਦੇ ਸਿੱਖ ਜਿਹੜੇ ਹਨ, ਜਿਨ੍ਹਾਂ ਨੂੰ ਆਪਾਂ ਪੂਰਬੀਏ ਕਹਿੰਦੇ ਆ ਸਾਧ ਸੰਗਤ ਜੀ, ਇਹ ਗੁਰੂ ਕੇ ਬੜੇ ਪੱਕੇ ਸਿਦਕੀ ਸਿੱਖ ਸਨ, ਪ੍ਰੇਮੀ ਸਿੱਖ ਸਨ। ਬਿਹਾਰ ਦੇ, ਯੂਪੀ ਦੇ, ਅਸਾਮ ਦੇ, ਬੰਗਲਾਦੇਸ਼ ਦੇ, ਇਹਨਾਂ ਨੇ ਗੁਰੂ ਸਾਹਿਬ ਜੀ ਦੇ ਸਵਾਗਤ ਵਾਸਤੇ ਬੜਾ ਹੀ ਸੋਹਣਾ ਤਿਆਰਾ ਕੀਤਾ ਵੀ ਆਉਣਗੇ ਪਾਤਸ਼ਾਹ, ਅਸੀਂ ਉਹਨਾਂ ਦੇ ਘੋੜਿਆਂ ਨੂੰ ਦਾਣਾ ਚਰਾਵਾਂਗੇ, ਘਾਹ ਪੱਠਾ ਪਾਵਾਂਗੇ, ਘੋੜਿਆਂ ਦੀ ਮਾਲਿਸ਼ ਕਰਾਂਗੇ। ਧਰੈ ਕਰਨ ਨਿਤ ਕਰੈ ਸੰਭਾਰਨ, ਚੰਗੀਆਂ ਚੀਜ਼ਾਂ ਚੁਣ ਚੁਣ ਕੇ, ਗਿਣ ਗਿਣ ਕੇ ਸਲਾਹ ਕਰਦੇ ਆ ਆਪਸ ਵਿੱਚ ਬਹਿ ਕੇ ਕੀ ਚੀਜ਼ ਚਾਹੀਦੀ ਆ। ਜੇ ਕੋਈ ਭੁੱਲ ਜਾਂਦਾ ਦੂਜਾ ਦੱਸ ਦਿੰਦਾ ਵੀ ਗੁਰੂ ਸਾਹਿਬ ਨੇ ਆਉਣਾ, ਆਹ ਚੀਜ਼ ਵੀ ਚਾਹੀਦੀ ਹੈ, ਆਹ ਚੀਜ਼ ਵੀ ਚਾਹੀਦੀ ਹੈ। ਉਹ ਲਿਸਟਾਂ ਬਣਾ ਬਣਾ ਕੇ ਫਿਰ ਸਮਾਨ ਖਰੀਦ ਕੇ ਸਿੱਖ ਰੱਖਦੇ ਹਨ। ਮੇਲ ਜੋੜ ਸੰਗਤ ਕੋ ਹੋਏ, ਜਿੱਥੇ ਗੁਰਦੁਆਰੇ ਵਿੱਚ ਸੰਗਤ ਜੁੜਦੀ ਹੈ, ਆਪਾਂ ਦਾ ਗੁਰਦੁਆਰਾ ਕਹਿੰਦੇ ਆ, ਪੂਰਬੀਏ ਜਿਹੜੇ ਸਿੱਖ ਹਨ ਉਹ ਸੰਗਤ ਹੀ ਕਹਿੰਦੇ ਹਨ। ਜਿਵੇਂ ਵੱਡੀ ਸੰਗਤ, ਛੋਟੀ ਸੰਗਤ, ਮਿਰਦੰਗ ਵਾਲੀ ਸੰਗਤ, ਜੌਹਰੀ ਕੀ ਸੰਗਤ, ਇਹ ਜਿੰਨੇ ਵੀ ਤੁਸੀਂ ਸ਼ਹਿਰ ਚਲੇ ਜਾਓ, ਪ੍ਰਯਾਗ ਵਿੱਚ ਵੀ, ਬਨਾਰਸ ਵਿੱਚ ਵੀ, ਇੱਦਾਂ ਪਟਨੇ ਸਾਹਿਬ ਵੀ, ਅੱਗੇ ਸਾਸਾਰਾਮ, ਉੱਥੇ ਸੰਗਤ ਬੋਲਦੇ ਆ ਗੁਰਦੁਆਰੇ ਨੂੰ। ਵੱਡੀ ਸੰਗਤ ਯਾਨੀ ਵੱਡਾ ਗੁਰਦੁਆਰਾ, ਜਿੱਥੇ 500-1000 ਬੰਦਾ ਬਹਿ ਜਾਂਦਾ ਉਹਨੂੰ ਕਹਿੰਦੇ ਵੱਡੀ ਸੰਗਤ। ਜਿੱਥੇ ਮਹੱਲੇ ਵਿੱਚ ਥੋੜੀ ਸੰਗਤ ਘਰਾਂ ਦਾ ਗੁਰਦੁਆਰਾ ਬਣਿਆ ਉਹਨੂੰ ਕਹਿੰਦੇ ਛੋਟੀ ਸੰਗਤ। ਇੱਦਾਂ ਇਹ ਗੁਰਦੁਆਰੇ ਬਣੇ ਹਨ, ਛੋਟੀ ਸੰਗਤ, ਵੱਡੀ ਸੰਗਤ। ਉੱਥੇ ਸੰਗਤ ਦਾ ਮੇਲਾ ਹੁੰਦਾ ਹੈ, ਸਵੇਰੇ ਵੀ ਸੰਗਤ ਆਉਂਦੀ, ਆਸਾ ਦੀ ਵਾਰ ਦਾ ਕੀਰਤਨ ਕਰਦੇ, ਬਾਣੀ ਸੁਣਦੇ, ਸ਼ਾਮ ਨੂੰ ਫਿਰ ਇਹ ਰਾਸ ਦਾ ਪਾਠ ਕਰਦੇ ਹਨ। ਕਰੈ ਬਿਨੈ ਕਰ ਜੋ ਰਹਿੰਦੋਏ, ਤੇ ਉੱਥੇ ਗੁਰਦੁਆਰਿਆਂ ਵਿੱਚ ਰੋਜ਼ ਅਰਦਾਸ ਕਰਦੇ, ਹੱਥ ਜੋੜ ਕੇ ਸਾਰੀ ਸੰਗਤ ਮਨ ਜੋੜ ਕੇ ਮਹਾਰਾਜ ਨੂੰ ਯਾਦ ਕਰਦੀ ਹੈ। ਗੁਰ ਅੰਤਰਜਾਮੀ ਸਰਬੱਗ, ਕੀ ਅਰਦਾਸ ਕਰਦੇ? ਹੈ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਹੈ ਗੁਰੂ ਨਾਨਕ ਦੇਵ ਜੀ ਦੀ ਜੋਤ, ਅੰਤਰਜਾਮੀ ਜਾਣੀ ਜਾਣ ਸਤਿਗੁਰੂ ਜੀਓ। ਸਭ ਥਲ ਸੰਗਤ ਸੇਵਕ ਤੱਗ, ਆਪ ਜੀ ਆਪਣੇ ਸਾਰੇ ਸਿੱਖਾਂ ਦੇ ਹਿਰਦੇ ਦੀ ਜਾਣਨ ਵਾਲੇ ਹੋ।
ਦੁਨੀਆ 'ਚ ਭਾਵੇਂ ਕੋਈ ਉੱਤਰ 'ਚ ਬੈਠਾ, ਕੋਈ ਪੂਰਬ 'ਚ ਬੈਠਾ, ਕੋਈ ਪੱਛਮ 'ਚ ਬੈਠਾ, ਕੋਈ ਦੱਖਣ 'ਚ ਬੈਠਾ, ਗੁਰੂ ਤਾਂ ਸਭ ਦੀ ਸੁਣ ਰਿਹਾ। ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਗੁਰੂ ਇੱਕੋ ਟਾਈਮ ਦੇ ਸਾਰਿਆਂ ਦੇ ਦਿਲਾਂ ਦੀ ਜਾਣਦਾ। ਤੇ ਕੋਈ ਸਾਧ ਸੰਗਤ ਜੀ ਇਲਾਹਾਬਾਦ ਬੈਠੇ, ਪ੍ਰਯਾਗ ਵਿੱਚ ਸਿੱਖ ਅਰਦਾਸ ਕਰ ਰਹੇ ਨੇ, ਕੋਈ ਲਖਨਊ 'ਚ ਬੈਠੇ ਸਿੱਖ ਅਰਦਾਸ ਕਰ ਰਹੇ ਨੇ, ਕੋਈ ਕਾਨਪੁਰ ਦੇ ਸਿੱਖ ਅਰਦਾਸ ਕਰ ਰਹੇ ਨੇ, ਕੋਈ ਅਯੁੱਧਿਆ ਦੇ ਸਿੱਖ ਅਰਦਾਸ ਕਰ ਰਹੇ ਨੇ, ਕੋਈ ਸਾਸਾਰਾਮ ਵਿੱਚ ਫੱਗੂ ਮੱਲ ਵਰਗੇ ਅਰਦਾਸ ਕਰ ਰਹੇ ਨੇ। ਹੇ ਅੰਤਰਜਾਮੀ, ਹੇ ਘਟ ਘਟ ਦੀ ਜਾਣਨ ਵਾਲੇ, ਹੇ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਲਾਜ ਬਿਰਦ ਕੀ ਰਾਖ ਕਿਰਪਾਲਾ। ਤੁਸੀਂ ਆਪਣੇ ਬਿਰਦ ਦੀ ਲਾਜ ਰੱਖਣ ਵਾਲੇ ਹੋ। ਆਪਣੇ ਸੇਵਕਾਂ ਦੀਆਂ ਅਰਦਾਸਾਂ ਸੁਣਦੇ ਆਏ ਹੋ। ਕਿਰਪਾਲੂ ਸਤਿਗੁਰੂ ਜੀ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਮਹਾਰਾਜ ਹਰ ਯੁੱਗ ਵਿੱਚ ਆਪਣੇ ਭਗਤਾਂ ਦੀ ਲਾਜ ਰੱਖੀ ਆਪ ਜੀ ਨੇ। ਸਿੱਖਨ ਕੇ ਪ੍ਰਾਣ ਪੁਰਹੁ ਵਿਸਾਲਾ। ਇਹ ਮਹਾਰਾਜ ਆਪਣੇ ਸਿੱਖਾਂ ਦੇ ਪਰਨ ਪੂਰੇ ਕਰਦੇ ਹੋ। ਆਪਣੇ ਸੇਵਕਾਂ ਦੇ ਕੀਤੇ ਹੋਏ ਬਚਨ ਨੂੰ ਆਪ ਪੂਰਾ ਕਰ ਦਿੰਦੇ ਹੋ। ਸਾਡਾ ਹੁਣ ਪਰਨ ਹੈ ਵੀ ਅਸੀਂ ਜਿਹੜੀਆਂ ਚੀਜ਼ਾਂ ਗੁਰੂ ਵਾਸਤੇ ਤਿਆਰ ਕੀਤੀਆਂ, ਗੁਰੂ ਸਾਡੇ ਕੋਲ ਆਵੇਗਾ ਤਾਂ ਦੇਣੀਆਂ ਨੇ। ਆਖੋ ਸ੍ਰੀ ਵਾਹਿਗੁਰੂ। ਜਿਵੇਂ ਮਾਈ ਭਾਗ ਭਰੀ ਜੀ ਹੋਏ ਨੇ ਕਸ਼ਮੀਰ ਦੇ ਵਿੱਚ, ਸ੍ਰੀਨਗਰ ਦੇ ਵਿੱਚ, ਬੜਾ ਕੀਮਤੀ ਕੱਪੜਾ ਆਪਣੇ ਹੱਥੀਂ ਤਿਆਰ ਕੀਤਾ ਸੀ ਚੋਲੇ ਦਾ। ਬਜ਼ੁਰਗ 100 ਸਾਲ ਦੀ ਹੋ ਗਈ ਮਾਤਾ, ਉਹਦਾ ਪੁੱਤਰ ਸੇਵਾ ਰਾਮ ਸੀਗਾ। ਕਹਿਣ ਲੱਗੀ, ਪੁੱਤਰ ਗੁਰੂ ਸਾਹਿਬ ਇੱਥੇ ਆਉਣਗੇ ਤੇ ਮੈਂ ਉਹਨਾਂ ਨੂੰ ਭੇਟਾ ਕਰਾਂਗੀ। ਤੇ ਸੰਗਤ ਨੂੰ ਵੀ ਪਤਾ ਲੱਗ ਗਿਆ। ਸੰਗਤ ਕਹਿੰਦੀ, ਮਾਤਾ ਤੇਰੇ ਚੋਲੇ ਪਿੱਛੇ 1000 ਮੀਲ ਪਹਾੜਾਂ ਦੇ ਵਿੱਚ ਗੁਰੂ ਸਾਹਿਬ ਕੀ ਲੈਣ ਆਉਣਗੇ? ਕੱਪੜਾ ਪਿਆ ਪਿਆ ਖਰਾਬ ਹੋ ਜਾਣਾ, ਉੱਥੇ ਦੇ ਆ ਜਾ ਕੇ। ਉਹ ਕਹਿੰਦੀ, ਨਾ ਇੱਥੇ ਆਉਣਗੇ ਤੇ ਦਿਆਂਗੀ। ਤੇ ਛੇਵੇਂ ਪਾਤਸ਼ਾਹ ਗਏ ਸਨ ਸਾਧ ਸੰਗਤ ਜੀ। ਮਾਈ ਭਾਗ ਭਰੀ ਜੀ ਦਾ ਚੋਲਾ ਲਿਆ ਸੀ ਤੇ ਆਪ ਉਹਨਾਂ ਦਾ ਸੰਸਕਾਰ ਵੀ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਕੀਤਾ ਸੀ। ਅੱਜ ਵੀ ਉਹ ਗੁਰਦੁਆਰਾ ਛੇਵੀਂ ਪਾਤਸ਼ਾਹੀ ਉੱਥੇ ਕਾਠੀ ਦਰਵਾਜ਼ੇ ਸ੍ਰੀਨਗਰ 'ਚ ਮੌਜੂਦ ਹੈ। ਸਤਿਗੁਰੂ ਜੀ ਇਦਾਂ ਆਪਣੇ ਸੇਵਕਾਂ ਦਾ ਪਰਨ ਪੂਰਾ ਕਰਨ ਵਾਲੇ ਹੋ। ਚੌਹਾਂ ਜੁਗ ਮਹਿ ਜਿਨ ਜਿਨ ਆਰਾਧੇ। ਚੌਹਾਂ ਯੁੱਗਾਂ ਵਿੱਚ ਤੁਹਾਨੂੰ ਜਿੱਥੇ ਜਿੱਥੇ ਵੀ ਕਿਸੇ ਨੇ ਭਗਵਾਨ ਜੀ ਆਰਾਧਿਆ ਹੈ, ਜਾਏ ਸਭਨ ਕੇ ਕਾਰਜ ਸਾਧੇ। ਹਰ ਜੁਗ ਜੁਗ ਭਗਤ, ਜੁਗ ਜੁਗ ਭਗਤ ਪੈਦਾ ਹੋਏ ਨੇ ਤੇ ਜੁਗ ਜੁਗ ਭਗਵਾਨ ਨੇ ਦਰਸ਼ਨ ਦਿੱਤੇ ਨੇ। ਆਪਣੇ ਸੇਵਕਾਂ ਦੇ ਕਾਰਜ ਪੂਰੇ ਕਰਨ ਵਾਸਤੇ ਵੱਖਰੇ ਵੱਖਰੇ ਰੂਪਾਂ 'ਚ ਭਗਵਾਨ ਆਉਂਦਾ ਹੈ। ਪ੍ਰੇਮ ਡੋਰ ਤੇ ਚਤ ਜੋਏ। ਇਹ ਮਹਾਰਾਜ ਤੁਸੀਂ ਕਿਸੇ ਦੇ ਪਿਆਰ ਦੇ ਹੀ ਭੁੱਖੇ ਹੋ, ਪੈਸੇ ਦੇ ਭੁੱਖੇ ਨਹੀਂ ਹੋ। ਗੋਬਿੰਦ ਭਾਉ ਭਗਤ ਦਾ ਭੁੱਖਾ, ਜਿਹੜਾ ਵੀ ਤੁਹਾਨੂੰ ਪ੍ਰੇਮ ਦੀ ਡੋਰ ਨਾਲ ਖਿੱਚ ਪਾਉਂਦਾ ਹੈ। ਨਿਜ ਸਮੀਪ ਹੀ ਦੇਖਤ ਸੋਏ। ਉਹਨੂੰ ਤੁਸੀਂ ਕੋਲ ਹੀ ਜਾ ਕੇ ਦਰਸ਼ਨ ਦਿੰਦੇ ਹੋ, ਤੁਹਾਨੂੰ ਆਪਣੇ ਕੋਲ ਹੀ ਦੇਖ ਲੈਂਦਾ ਹੈ। ਰੱਬ ਭਗਤਾਂ ਨੇ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ। ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਹਾਰਾਜ ਤੁਸੀਂ ਪਿਆਰ ਦੇ ਬੰਦੇ ਆ ਜਾਂਦੇ ਹੋ। ਦੈਤ ਬਲੀ ਬਲ ਨੇ ਸੁਰ ਲੋਕ। ਦੇਖੋ ਰਾਜਾ ਬਲੀ ਸੀਗਾ, ਪ੍ਰਹਲਾਦ ਭਗਤ ਜੀ ਦਾ ਪੋਤਾ ਸੀਗਾ, ਤੇ ਉਹਨੇ 101 ਯੱਗ ਕਰਨਾ ਸ਼ੁਰੂ ਕੀਤਾ। ਬਾਣੀ ਵਿੱਚ ਵੀ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਕਹਿੰਦੇ ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜਗ ਕਰਾਵੇ। ਜਗ ਕਰਾਇਆ ਸੀ ਕਾਹਦੇ ਵਾਸਤੇ? ਕਿ ਮੈਂ ਸਵਰਗਾਂ ਦੇ ਉੱਤੇ ਕਬਜ਼ਾ ਕਰਨਾ, ਇੰਦਰ ਦੀ ਪਦਵੀ ਲੈਣੀ ਹੈ। ਛੀਨ ਲੀਨ ਦੇ ਦੇਵਨ ਸ਼ੋਕ। ਉਹਨੇ ਦੇਵਤਿਆਂ ਦੀਆਂ ਪੁਰੀਆਂ ਖੋਹ ਲਈਆਂ, ਦੇਵਪੁਰੀ ਤੇ ਵੀ ਕਬਜ਼ਾ ਕਰ ਲਿਆ, ਮਾਤ ਲੋਕ ਤੇ ਵੀ। ਸੂਰਮਾ ਸੀ, ਬੜਾ ਬਲੀ ਸੀ ਰਾਜਾ ਬਲੀ। ਸ਼ਕਰ ਹੋਣ ਕੋ ਜਗ ਆਰੰਭੇ। ਉਹਨੇ ਜਗ ਆਰੰਭ ਕੀਤੇ, ਪੰਡਤਾਂ ਕੋਲੋਂ ਮੰਤਰ ਪੜਾਈ ਜਾਂਦਾ, ਦਾਨ ਪੁੰਨ ਕਰੀ ਜਾਂਦਾ ਕਿ ਮੈਂ ਇੰਦਰ ਬਣ ਜਾਵਾਂ, ਇੰਦਰ ਦੀ ਪਦਵੀ ਲੈਣੀ ਚਾਹੁੰਦਾ ਸੀ। ਸੁਨ ਸੁਰ ਗਨ ਕੈ ਭਇਓ ਅਚੰਬੇ। ਦੇਵਤਿਆਂ ਨੂੰ ਚਿੰਤਾ ਪੈ ਗਈ, ਇੰਦਰ ਨੂੰ ਫਿਕਰ ਪੈ ਗਿਆ ਕਿ ਇਹ ਜੇ ਮੇਰੀ ਪਦਵੀ ਤੇ ਪਹੁੰਚ ਗਿਆ ਮੈਨੂੰ ਕੱਢ ਦੇਗਾ। ਤੋ ਦੇਵਤੇ ਸਾਰੇ ਇਕੱਠੇ ਹੋ ਕਰਕੇ ਆਪਨ ਸਦਨ ਤੇ ਭਏ ਨਿਰਾਸ। ਵੀ ਸਾਡਾ ਤਾਂ ਘਰ ਖੁੱਸ ਜਾਏਗਾ, ਹੁਣ ਸਾਡੀ ਤਾਂ ਰਾਜਧਾਨੀ ਅਮਰਾਵਤੀ ਜੋ ਹੈ ਉਹਦੇ ਉੱਤੇ ਬਲ ਰਾਜੇ ਨੇ ਕਬਜ਼ਾ ਕਰ ਲੈਣਾ। ਜਿਹਦਾ ਜੱਗ ਪੂਰਾ ਹੋ ਗਿਆ, 100 ਜੱਗ ਪੂਰਾ ਹੋ ਗਿਆ ਸੀ, ਅਖੀਰਲਾ ਰਹਿੰਦਾ ਸੀ। 101 ਕਰਨੇ ਸਨ।
ਕਹਿੰਦੇ ਜਦੋਂ ਅਖੀਰਲਾ ਜਗ ਹੋ ਰਿਹਾ ਸੀ, हे ਮਧੂਸੂਦਨ ਕਰ ਤਵ ਆਸ। ਸਾਰੇ ਦੇਵਤੇ ਪਰਮੇਸ਼ਰ ਦੇ ਚਰਨਾਂ 'ਚ ਇਕੱਠੇ ਹੋ ਕੇ ਗਏ, ਅਰਦਾਸ ਕੀਤੀ, ਹੈ ਮਹਾਰਾਜ ਅਸੀਂ ਤਾਂ ਹੁਣ ਦੁਖੀ ਬੜੇ ਆ, ਸਾਡਾ ਤਾਂ ਰਾਜੇ ਬਲ ਨੇ ਰਹਿਣ ਹੀ ਕੁਛ ਨਹੀਂ ਦੇਣਾ, ਰਾਜ ਖੋਹ ਲਿਆ, ਸਾਨੂੰ ਤਾਂ ਘਰੋਂ ਕੱਢ ਦਿੱਤਾ, ਅਸੀਂ ਤੇਰੀ ਸ਼ਰਨ ਵਿੱਚ ਆਏ ਆ, ਤੂੰ ਸਾਡੀ ਲਾਜ ਰੱਖ ਲੈ। ਇੰਦਰ ਸਮੇਤ ਆਰਾਧਨ ਲਾਗੇ। ਇੰਦਰ ਵੀ ਖੁਦ ਜਾ ਕੇ ਮਹਾਰਾਜਾ ਅਕਾਲ ਪੁਰਖ ਦੇ ਚਰਨਾਂ 'ਚ ਢਹਿ ਪਿਆ। ਇੰਦਰ ਰਾਜਾ ਦੇਵਤਿਆਂ ਦਾ ਰਾਜਾ ਹੈ, ਪਰ ਇਹਦੇ ਵਿੱਚ ਕੁਝ ਕਮਜ਼ੋਰੀਆਂ ਹਨ। ਜਦੋਂ ਇਹਨੂੰ ਰਾਜ ਮਿਲ ਜਾਂਦਾ ਫਿਰ ਅਯਾਸ਼ ਹੋ ਜਾਂਦਾ, ਫਿਰ ਭੁੱਲ ਜਾਂਦਾ, ਫਿਰ ਖਾਣ ਪੀਣ ਤੇ ਲੱਗ ਜਾਂਦਾ, ਮੌਜਾਂ ਕਰਦਾ। ਜਦੋਂ ਫਿਰ ਦੈਂਤ ਖੋਹ ਲੈਂਦੇ ਫਿਰ ਭਗਵਾਨ ਨੂੰ ਯਾਦ ਕਰਦਾ। ਇਹ ਕੁਦਰਤੀ ਚੱਲਿਆ ਹੀ ਆਇਆ। ਆਪਾਂ ਵੀ ਸਾਧ ਸੰਗਤ ਜੀ ਜਿਹੜੇ ਬੈਠੇ ਆ, ਆਪਣੇ ਵਿੱਚ ਵੀ ਦੇਵਤਿਆਂ ਦੀ ਬਿਰਤੀ ਵਾਲੇ ਵੀ ਹਨ, ਦੈਂਤ ਬਿਰਤੀ ਵਾਲੇ ਵੀ ਹਨ। ਦੈਂਤ ਭਾਵੇਂ ਆਪਣੇ ਨਿਯਮ ਦੇ ਉਹ ਪਿੱਛੇ ਨਹੀਂ ਹਟਦੇ, ਦੇਵਤੇ ਵਿਚਾਰੇ ਥੋੜਾ ਜਿਹਾ ਸਮਾਂ ਨਿਤਨੇਮ ਕਰਨਗੇ, ਬਾਣੀ ਪੜ੍ਹਨਗੇ, ਜਦੋਂ ਸੁਖੀ ਹੋ ਜਾ ਫਿਰ ਛੱਡ ਦਿੰਦੇ ਆ। ਫਿਰ ਉਹ ਜਦੋਂ ਮੁਸੀਬਤਾਂ ਆ ਜਾਂਦੀਆਂ ਫਿਰ ਭੱਜ ਕੇ ਜਾਂਦੇ, ਮਹਾਰਾਜ ਕਿਰਪਾ ਕਰੋ, ਫਿਰ ਮਹਾਰਾਜ ਕਿਰਪਾ ਕਰ ਦਿੰਦੇ ਆ, ਫਿਰ ਆਪਾਂ ਢਿੱਲੇ ਪੈ ਜਾਂਦੇ ਆ। ਉਹੀ ਕੰਮ ਇੰਦਰ ਦਾ ਹੋਇਆ। ਸੋ ਇੰਦਰ ਭਗਵਾਨ ਦੀ ਸ਼ਰਨ ਗਿਆ ਹੈ। ਬਿਨੈ ਭਨਤ ਬਹੁ ਪ੍ਰੇਮ ਸੁਭਾਗੇ। ਬੜੇ ਪ੍ਰੇਮ ਨਾਲ ਦੇਵਤਿਆਂ ਨੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ। ਤਿਨ ਕੋ ਹਿਤ ਪ੍ਰਭ ਰਹਿਓ ਨਾ ਗਇਓ। ਕਹਿੰਦੇ ਮਹਾਰਾਜ ਸਾਡੀ ਰੱਖਿਆ ਕਰੋ, ਬਲ ਰਾਜਾ ਲੈ ਗਿਆ ਸਾਡੇ ਕੋਲੋਂ ਸਾਰਾ ਕੁਝ, ਖਤਮ ਕਰ ਦੇਗਾ ਸਾਨੂੰ। ਤਾਂ ਭਗਵਾਨ ਫਿਰ ਰਹਿ ਨਹੀਂ ਸਕੇ, ਤੋ ਦੇਵਤਿਆਂ ਦੀ ਬੇਨਤੀ ਮੰਨ ਕੇ ਬਲੀ ਨੂੰ ਛਲਣ ਵਾਸਤੇ 52 ਰੂਪ ਧਾਰਨ ਕੀਤਾ ਸੀ। ਜਿਵੇਂ ਬਾਣੀ ਚ ਆਉਂਦਾ ਨਾ, ਸਤਜੁਗ ਤੈ ਮਾਣਿਓ ਛਲਿਓ ਬਲ 52 ਭਾਇਓ। ਕਹਿੰਦੇ ਬਲ ਰਾਜੇ ਨੂੰ ਛਲਣ ਲਈ 52 ਜਿਹਾ ਰੂਪ ਬਣ ਕੇ ਆ ਗਏ। ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜਗ ਕਰਾਵੇ, 52 ਰੂਪੀ ਆਇਆ, 4 ਵੇਦ ਮੁਖ ਪਾਠ ਸੁਣਾਵੇ। 52 ਜਿਹਾ ਬਣ ਕੇ ਦਰਵਾਜ਼ੇ ਜਾ ਕੇ ਪੰਡਤ ਬਣਿਆ, ਮੱਥੇ ਟਿੱਕਾ ਲਾਇਆ ਹੋਇਆ ਤੇ ਬੋਦੀ ਰੱਖੀ ਹੈ, ਪੂਰੇ ਪੰਡਤਾਂ ਵਾਲੇ ਕੱਪੜੇ, ਪਰ ਸਰੀਰ 3.5 ਫੁੱਟ ਦਾ, ਗਿੱਠਮੁੱਠੀਆ ਜਿਹਾ ਛੋਟਾ ਜਿਹਾ, ਨਿੱਕੇ ਨਿੱਕੇ ਹੱਥ, ਨਿੱਕੇ ਨਿੱਕੇ ਪੈਰ, 4 ਵੇਦ ਜ਼ਬਾਨੀ ਸੁਣਾ। ਤੇ ਅੰਦਰ ਜਾ ਕੇ ਖਬਰ ਕੀਤੀ, ਮਹਾਰਾਜ ਪੰਡਤ ਜੀ ਆਏ ਹੈ, ਛੋਟਾ ਜਿਹਾ ਕੱਦ ਹੈ ਤੇ ਉਹ 4 ਵੇਦ ਜ਼ਬਾਨੀ ਪੜ੍ਹਦੇ ਹੈ, ਬਹੁਤ ਵਿਦਵਾਨ ਨੇ, ਤੁਹਾਨੂੰ ਮਿਲਣਾ ਚਾਹੁੰਦੇ। ਸ਼ੁਕਰਚਾਰਿਆ ਇਹਨਾਂ ਦਾ ਦੈਂਤਾਂ ਦਾ ਗੁਰੂ ਕੋਲ ਬੈਠਾ ਸੀ। ਉਹ ਕਹਿੰਦਾ ਚੱਲ ਚੱਲਣ ਤੋਂ ਆਇਆ, ਸ਼ੁਕਰ ਪਰੋਤ ਕਹਿ ਸਮਝਾਵੇ। ਮਹਾਰਾਜ ਇਹ ਬੌਣਾ ਨਾ ਸਮਝੀ, ਇਹ ਛਲੀਆ ਹੈ, ਇਹ ਵਿਸ਼ਨੂੰ ਹੈ, ਦੇਵਤਿਆਂ ਦੀ ਗੱਲ ਮੰਨ ਕੇ ਤੈਨੂੰ ਨਾਲ ਧੋਖਾ ਕਰਨ ਆਇਆ, ਤੈਨੂੰ ਛਲਣ ਆਇਆ। ਤੇ ਅੱਗੋਂ ਬਲ ਰਾਜਾ ਵੀ ਪਰਮੇਸ਼ਰ ਦਾ ਭਗਤ ਸੀ। ਉਹ ਕਹਿੰਦਾ ਭਾਵੇਂ ਛਲਣ ਆਇਆ, ਭਾਵੇਂ ਕੋਈ ਲੈਣ ਆਇਆ, ਭਾਵੇਂ ਕੋਈ ਦੇਣ ਆਇਆ, ਪਰ ਮੇਰੇ ਬੂਹੇ ਤੇ ਭਗਵਾਨ ਮੰਗਤਾ ਬਣ ਕੇ ਆਇਆ। ਮੇਰੇ ਬੂਹੇ ਤੋਂ ਕੋਈ ਮੰਗਤਾ ਖਾਲੀ ਨਹੀਂ ਗਿਆ, ਤੇ ਭਗਵਾਨ ਕਿਵੇਂ ਜਾਏਗਾ? ਬੁਲਾਓ ਅੰਦਰ। ਕਹਿੰਦੇ ਅੰਦਰ ਬੁਲਾਇਆ। ਹਾਂ ਮਹਾਰਾਜ। ਪੰਡਤ ਜੀ ਕੀ ਹੁਕਮ ਹੈ? ਕਹਿੰਦੇ ਜੀ ਹੁਕਮ ਕੀ ਆ ਵੀ ਤੂੰ ਜਗ ਕਰਾ ਰਿਹਾ ਹੈ ਤੇ ਮੈਨੂੰ ਵੀ ਕੋਈ ਦਾਨ ਦਛਨਾ ਦੇ। ਹੁਣ ਦਾਨ ਦਛਨਾ ਖੁਸ਼ੀ ਨਾਲ ਨਹੀਂ ਹੁੰਦੀ, ਮੰਗਣੀ ਹੁੰਦੀ। ਪੰਡਤ ਨੇ ਉਹਨੇ ਆਖਿਆ ਮਹਾਰਾਜ ਦੱਸੋ ਮੰਗੋ ਕੀ ਚਾਹੀਦਾ? ਕਹਿੰਦਾ 2.5 ਕਦਮ ਧਰਤੀ ਦੇ ਦੇ। 2.5 ਕਦਮ ਧਰਤੀ, ਇਹ ਕਿਹੜੀ ਮੰਗ ਹੋਈ? ਇੰਨੇ ਇੰਨੇ ਤੇ ਕਦਮ ਨੇ ਵਿਚਾਰੇ ਦੇ। ਇੱਕ ਪੂਰੇ ਬੰਦੇ ਦੇ ਕਦਮ 1 ਹੋਵੇ ਤੇ ਇਹਦੇ ਗਿੱਠ ਮੁੱਠੀਏ ਦੇ ਸਾਰੇ 2.5 ਵਿੱਚ ਆ ਜਾਣੇ। ਉਹਨੇ ਆਖਿਆ ਠੀਕ ਹੈ। ਹੱਥ ਤੇ ਪਾਣੀ ਲੈ ਕੇ ਉਹਨੇ ਆਚਮਨ ਕਰਕੇ ਚੂੜੀ ਭਰ ਦਿੱਤੀ। ਬਾਣੀ ਕਹਿੰਦਾ ਨਾਨਕ ਚੂੜੀਆਂ ਸੱਚੀਆਂ ਜੇ। ਉਹ ਚੂੜੀ ਭਰਨ ਦਾ ਹੀ ਮਤਲਬ ਹੁੰਦਾ ਵੀ ਮੈਂ ਪ੍ਰਤਿੱਗਿਆ ਕਰ ਲਈ, ਪਾਣੀ ਲੈ ਕੇ ਹੱਥ ਤੇ ਵੀ ਹੁਣ ਮੈਂ ਦੇਤਾ। 2.5 ਕਦਮ ਧਰਤੀ ਦਿੱਤੀ ਤੁਹਾਨੂੰ। ਬਸ ਇਹ ਪ੍ਰਤਿੱਗਿਆ ਕਰਨ ਦੀ ਦੇਰ ਸੀ। ਉਹ ਜਿਹੜਾ ਐਡਾ ਸਾਰਾ ਸੀ ਇਹ ਨਾ ਵਿਰਾਟ ਹੋ ਗਿਆ ਕਿ ਉਹਦਾ ਅਸਮਾਨ ਨੂੰ ਜਾ ਕੇ ਸਿਰ ਲੱਗਾ। ਇੱਕੋ ਕਦਮ ਨਾਲ ਸਾਰੀ ਧਰਤੀ ਮਿਣ ਦਿੱਤੀ। ਜਦੋਂ ਸਾਰੀ ਧਰਤੀ ਇੱਕੋ ਕਦਮ ਨਾਲ ਮਿਣ ਦਿੱਤੀ, ਦੂਜਾ ਕਦਮ ਅਸਮਾਨ ਤੇ ਰੱਖਤਾ ਤੇ ਕਹਿੰਦੇ ਅੱਧਾ ਕਦਮ ਤੇ ਫਿਰ ਵੀ ਰਹਿੰਦਾ, ਹੁਣ ਇਹ ਕਿੱਥੇ ਰੱਖਾਂ? ਬਲ ਰਾਜਾ ਸਮਝ ਗਿਆ, ਕਹਿਣ ਲੱਗਾ ਮਹਾਰਾਜ ਇਹ ਮੇਰਾ ਸਰੀਰ ਹਾਜ਼ਰ ਹੈ, ਇਹਦੇ ਉੱਤੇ ਰੱਖ ਲਓ। ਲੰਮਾ ਪੈ ਗਿਆ। ਉਹਦੀ ਭਗਤੀ ਵੇਖ ਕੇ 52 ਖੁਸ਼ ਹੋ ਗਏ, ਗਲ ਨਾਲ ਲਾ ਲਿਆ। ਕਹਿਣ ਲੱਗੇ ਤੂੰ ਦੱਸ ਹੁਣ, ਤੇ ਤੂੰ ਮੇਰੇ ਬਚਨ ਤੇ ਇੰਨਾ ਕੁਝ ਕੀਤਾ, ਮੈਂ ਤੈਨੂੰ ਕੀ ਦੇ ਸਕਦਾ? ਮੈਂ ਤੈਨੂੰ ਪਤਾਲ ਦਾ ਰਾਜ ਦਿੱਤਾ,
ਦਿੱਤਾ ਰਾਜ ਪਤਾਲ ਦਾ, ਭਾਈ ਗੁਰਦਾਸ ਜੀ ਲਿਖਦੇ, ਦਿੱਤਾ ਰਾਜ ਪਤਾਲ ਦਾ, ਭਗਤ ਵਛਲ ਹੋਏ ਆਪ ਗਵਾਵੇ। ਭਗਤ ਵਛਲ ਭਗਵਾਨ ਨੇ ਪਤਾਲ ਦਾ ਰਾਜ ਤੇ। ਕਹਿੰਦੇ ਹੋਰ ਮੰਗ ਕੀ ਮੰਗਦਾ? ਕਹਿੰਦਾ ਮਹਾਰਾਜ ਹੁਣ ਇਹ ਆ ਵੀ ਮੇਰੇ ਬੂਹੇ ਤੇ ਪਹਿਰਾ ਦਿਆ ਕਰੋ। ਹੋਏ ਦਰਵਾਨ ਮਹਾ ਸੁਖ ਪਾਵੇ। ਭਗਵਾਨ ਕਹਿੰਦੇ ਠੀਕ ਹੈ, ਤੇਰੇ ਬੂਹੇ ਤੇ ਪਹਿਰਾ ਦਿਆ ਕਰਾਂਗੇ। ਪਤਾਲ ਲੋਕ ਵਿੱਚ ਬਲ ਦਾ ਰਾਜ ਹੈ, ਉਹਦੇ ਬੂਹੇ ਤੇ 3 ਮਹੀਨੇ 4 ਮਹੀਨੇ ਸ਼ਿਵ ਜੀ, 4 ਮਹੀਨੇ ਬ੍ਰਹਮਾ ਤੇ 4 ਮਹੀਨੇ ਵਿਸ਼ਨੂੰ ਪਹਿਰਾ ਦਿੰਦੇ ਹਨ ਸਾਲ ਵਿੱਚ। ਇਹ ਪੁਰਾਣ ਕਥਾ ਹੈ। ਤੋ ਭਾਈ ਸਾਹਿਬ ਲਿਖਦੇ ਆ ਵੀ ਸਿੱਖ ਕਹਿੰਦੇ ਮਹਾਰਾਜ ਜਿਵੇਂ ਬਲ ਰਾਜੇ ਨੂੰ ਛੜਿਆ ਸੀ ਦੇਵਤਿਆਂ ਵਾਸਤੇ, ਤੇ ਅੱਗੇ ਫਿਰ ਆਪ ਛੜੇ ਗਏ ਸਨ। ਆਪ ਵੀ ਭਗਵਾਨ ਛੜੇ ਗਏ। ਕਿਵੇਂ ਛੜੇ ਗਏ? ਜਦੋਂ ਉਹਨੂੰ ਕਹਿਤਾ ਮੇਰੇ ਪਹਿਰਾ ਦੇ, ਹੁਣ ਕਿੱਡਾ ਵੱਡਾ ਭਗਵਾਨ ਬੂਹੇ ਤੇ ਗੇਟ ਕੀਪਰ ਬਣ ਕੇ ਖਲੋਵੇ, ਇਹ ਭਗਤਾਂ ਦੇ ਵਸ ਹੈ। ਇਸ ਕਰਕੇ ਬਾਣੀ ਚਾਹੁੰਦਾ ਕਿ ਛਲਿਓ ਬਲ ਬਾਮਨ ਭਾਇਓ, ਤ੍ਰੇਤੈ ਤੈ ਮਾਣਿਓ, ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਤ ਸੈਨ ਕੋ ਰਾਜ ਅਭੈ, ਭਗਤ ਹੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰੂ, ਕਲਯੁਗ ਜਾਏ ਗੁਰੂ ਨਾਨਕ ਸਾਹਿਬ, ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ, ਆਦ ਪੁਰਖ ਫਰਮਾਇਓ। ਹਾਂਜੀ, ਭਾਵਨ ਰੂਪ ਆਪ ਧਰ ਲਿਓ। ਇਹ ਮਹਾਰਾਜ ਤੁਸੀਂ ਦੇਵਤਿਆਂ ਦੀ ਸਹਾਇਤਾ ਕਰਨ ਲਈ ਰਾਜੇ ਬਲੀ ਨੂੰ ਛਲਣ ਵਾਸਤੇ ਬਾਮਣ ਰੂਪ ਧਾਰਨ ਕੀਤਾ ਸੀ। ਜਾਣਿਓ ਭਗਤ ਭੂਪ ਅੰਬਰੀਸ਼। ਤੇ ਫਿਰ ਰਾਜਾ ਅੰਬਰੀਕ ਭਗਵਾਨ ਸ੍ਰੀ ਰਾਮਚੰਦਰ ਦੇ ਦਾਦਿਆਂ ਪੜਦਾਦਿਆਂ ਚ ਹੋਇਆ ਵੱਡਾ। ਉਹਨਾਂ ਦੀ ਕਈ ਪੀੜ੍ਹੀਆਂ ਪਹਿਲਾਂ ਅਮਰੀਕ ਇਹ ਅਯੁੱਧਿਆ ਦਾ ਰਾਜਾ ਸੀ। ਪਰਮੇਸ਼ਰ ਦੇ ਭਗਤਾਂ ਜਿਹਦੀ ਗਿਣਤੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਅਮਰੀਕ ਦਾ ਨਾਮ ਆਉਂਦਾ ਹੈ। ਅਮਰੀਕ ਰਾਜਾ ਜਿਹੜਾ ਸੀ, ਉਹਦੀ ਇਹ ਕਥਾ ਹੈ ਵੀ ਉਸ ਨੇ ਸਾਧ ਸੰਗਤ ਜੀ ਦਵਾਦਸ਼ੀ ਦਾ ਵਰਤ ਰੱਖਿਆ ਹੋਇਆ ਸੀ। ਵਰਤ ਰੱਖਿਆ ਹੁੰਦਾ ਵੀ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਕੁਝ ਨਹੀਂ ਖਾਣਾ, ਸ਼ਾਮ ਨੂੰ ਭਗਵਾਨ ਦੀ ਪੂਜਾ ਕਰਕੇ ਤੇ ਫਿਰ ਪ੍ਰਸ਼ਾਦਾ ਛਕਣਾ। ਇੱਕ ਮਰਿਆਦਾ ਹੋਰ ਵੀ ਉਹਦੇ ਨਾਲ ਜੁੜੀ ਹੋਈ, ਜੇ ਸ਼ਾਮ ਵੇਲੇ ਵਰਤ ਖੋਲਣ ਵੇਲੇ ਕੋਈ ਮਹਾਤਮਾ ਸਾਧੂ ਆ ਜਾਵੇ, ਪਹਿਲਾਂ ਉਹਨੂੰ ਛਕਾਣਾ ਫਿਰ ਆਪ ਛਕਣਾ। ਭਾਈ ਸਾਹਿਬ ਲਿਖਦੇ ਅਮਰੀਕ ਮੂੰਹ ਵਰਤ ਹੈ। ਭਾਈ ਗੁਰਦਾਸ ਜੀ 10ਵੀਂ ਵਾਰ ਜ਼ਰੂਰ ਪੜਿਆ ਕਰੋ। ਉਹਦਾ ਨਾਮ ਹੈ ਭਗਤ ਰਤਨਾਵਲੀ। ਜੇ ਭਗਤ ਬਣਨਾ ਨਾ, ਉਹਨੂੰ ਪੜ੍ਹ ਲਓ, ਤੁਹਾਡੇ ਅੰਦਰ ਭਗਤੀ ਦਾ ਬੀਜ ਅੰਕੁਰ ਫੁੱਟ ਪਵੇਗਾ। ਪੁਰਾਣੇ ਸਿੰਘ ਨਿਤਨੇਮ 'ਚ ਪੜ੍ਹਦੇ ਹੁੰਦੇ ਸੀ। ਪੁਰਾਣੇ ਗੁਟਕਿਆਂ ਵਿੱਚ ਵੀ ਉਹ ਵਾਰ ਛਪਦੀ ਸੀ ਭਾਈ ਗੁਰਦਾਸ ਦੀ। ਹੁਣ ਵਾਲੇ ਗੁਟਕੇ ਸਾਹਿਬਾਂ 'ਚ ਨਹੀਂ ਹੈ, ਪਰ ਪੁਰਾਣੇ ਸੁੰਦਰ ਗੁਟਕੇ ਤੁਸੀਂ ਪੜ੍ਹ ਲੈਣਾ, ਭਗਤ ਰਤਨਾਵਲੀ ਜ਼ਰੂਰ ਛਪਦੀ ਸੀ। ਉਹਦੇ ਵਿੱਚ ਇੱਕ ਕਥਾ ਹੁੰਦੀ ਹੈ, ਅਮਰੀਕ ਮੂੰਹ ਵਰਤ ਹੈ, ਰਾਤ ਪਈ ਦੁਰਵਾਸ਼ਾ ਆਇਆ। ਐਨ ਰਹਿ ਰਾਸਤੇ ਟਾਈਮ ਤੇ ਆ ਖੜ ਦੁਰਵਾਸ਼ਾ ਰਿਸ਼ੀ। ਹੁਣ ਜਦੋਂ ਉਹ ਆ ਗਿਆ ਤੇ ਰੋਟੀ ਪਹਿਲਾਂ ਉਹਨੂੰ ਖਵਾਣੀ ਪੈਣੀ ਹੈ। ਕਹਿਣ ਲੱਗੇ ਮਹਾਰਾਜ ਵੀ ਲੰਗਰ ਛਕੋ। ਉਹ ਕਹਿੰਦਾ ਮੈਂ ਛਕਦਾ ਲੰਗਰ, ਥੋੜਾ ਠਹਿਰੋ ਮੈਂ ਇਸ਼ਨਾਨ ਕਰਕੇ ਆਉਣਾ। ਉਹ ਪਰਖਣ ਲੱਗਾ ਸੀਗਾ। ਕਹਿੰਦੇ ਉਹ ਚਲਾ ਗਿਆ ਨਦੀ। ਭੀੜਾ ਉਸ ਉਪਾਲਣਾ, ਭੀੜਾ ਮੈਨੇ ਵਰਤ ਖੋਲਣਾ ਸੀ। ਅਮਰੀਕ ਰਾਜੇ ਨੇ ਰੋਟੀ ਖਾਣੀ ਸਵੇਰ ਦਾ। ਭੀੜਾ ਮੈਨੇ ਮੁਸੀਬਤ, ਭੀੜਾ ਮੈਨੇ ਸਾਰੇ ਦਿਨ ਦਾ ਵਰਤ ਖਾਦਾ ਹੀ ਨਹੀਂ ਕੁਛ। ਭੀੜ ਪਈ ਹੁੰਦੀ ਬੰਦੇ ਨੂੰ, ਕਿਹੜੇ ਵੇਲੇ ਰੋਟੀ ਮੂੰਹ 'ਚ ਪਵੇ, ਸਵੇਰ ਦਾ ਕੁਝ ਖਾਦਾ ਨਹੀਂ। ਉਹਨੂੰ ਭਾਈ ਸਾਹਿਬ ਪੰਜਾਬੀ 'ਚ ਲਿਖਦੇ ਆ ਭੀੜਾ। ਭੀੜਾ ਉਸ ਉਪਾਰਣਾ, ਉਹਨੇ ਵਰਤ ਖੋਲਣਾ ਸੀਗਾ। ਕਹਿੰਦੇ ਉਹ ਉੱਠ ਨਹਾਵਣ ਨਦੀ ਸਿਧਾਇਆ ਤੇ ਦੁਰਵਾਸ਼ਾ ਨਦੀ ਤੇ ਨਹਾਣ ਚਲਾ ਗਿਆ। ਤੇ ਹੁਣ ਅੱਧਾ ਘੰਟਾ 2 ਘੰਟੇ ਉਡੀਕੀ ਗਿਆ। ਰਾਤ ਦੇ 10 ਵਜੇ ਚੱਲੇ, ਉਹ ਆਉਂਦਾ ਹੀ ਨਹੀਂ ਪਿਆ। ਜਾਣ ਕੇ ਨਹੀਂ ਆਉਂਦਾ, ਉਹਨੂੰ ਪਤਾ ਸੀ ਵੀ ਦੇਖਾਂ ਇਹ ਕਿੰਨਾ ਚਿਰ ਸਬਰ ਕਰਦਾ। ਅਖੀਰ ਰਾਜੇ ਅਮਰੀਕ ਨੇ ਭਗਵਾਨ ਨੂੰ ਭੋਗ ਲਾਇਆ ਤੇ ਆ ਰੋਟੀ ਖਾ ਲਈ। ਚਰਨੋਦਕ ਲੈ ਭੋਖਿਆ, ਭਗਵਾਨ ਦਾ ਚਰਨੋਦਕ ਲੈ ਕੇ ਭਗਵਾਨ ਨੂੰ ਭੋਗ ਲਾ ਕੇ ਉਹਨੇ ਛਕ ਲਿਆ ਵੀ ਕੋਈ ਨਹੀਂ, ਹੁਣ ਲੇਟ ਆਵੇਗਾ ਫਿਰ ਛਕਾ ਦੇਾਂਗੇ। ਉਸ ਰਾਤ ਦੇਵਣ ਨੂੰ ਧਾਇਆ। ਤੇ ਦੁਰਵਾਸ਼ਾ ਦਾ ਤਾਂ ਨਾਂ ਹੀ ਹੈ ਦੁਰਭਾਸ਼ਾ, ਸ਼ਰਾਬ ਹੀ ਦੇਣਾ ਉਹਨੇ। ਉਹ ਅੱਗ ਬਬੂਲਾ ਗੁੱਸੇ 'ਚ ਆ ਕੇ ਕਹਿੰਦਾ ਠਹਿਰ ਮੈਂ ਤੈਨੂੰ ਦੱਸਦਾ, ਤੂੰ ਮੇਰਾ ਬ੍ਰਾਹਮਣ ਦਾ ਤਿਰਸਕਾਰ ਕੀਤਾ, ਤੂੰ ਖੱਤਰੀ ਹੋ ਕੇ ਬ੍ਰਾਹਮਣ ਤੋਂ ਪਹਿਲਾਂ ਰੋਟੀ ਕਿਵੇਂ ਖਾ ਲਈ। ਬਾਹਲਾ ਲੋਹਾ ਲਾਖਾ ਦੁਰਭਾਸ਼ਾ ਜਦੋਂ ਸ਼ਰਾਬ ਦੇਣ ਲੱਗਾ। ਅਮਰੀਕ ਨੇ ਕਿਹਾ ਮਹਾਰਾਜ ਤੁਸੀਂ ਮੇਰੀ ਰੱਖਿਆ ਕਰ ਸਕਦੇ ਹੋ, ਇਹ ਤਾਂ ਭਸਮ ਕਰ ਦੇਗਾ ਸ਼ਰਾਬ ਦੇ ਕੇ। ਕਿਉਂਕਿ ਦੁਰਭਾਸ਼ਾ ਇੰਨਾ ਤਪਸਵੀ ਸੀ, ਜੋ ਕਹਿ ਉਸੇ ਵੇਲੇ ਹੋ ਜਾਣਾ ਸੀ।
ਪਰਮੇਸ਼ਰ ਨੇ ਕਲਾ ਵਰਤਾ ਦਿੱਤੀ, ਕਹਿੰਦੇ ਆਪਣਾ ਚੱਕਰ ਛੱਡ ਦਿੱਤਾ, ਭਿਆਨਕ ਚੱਕਰ ਸੁਦਰਸ਼ਨ ਪਿੱਛੇ ਪਿੱਛੇ ਤੇ ਦੁਰਵਾਸਾ ਅੱਗੇ ਅੱਗੇ, ਤਿੰਨਾਂ ਲੋਕਾਂ ਵਿੱਚ ਦੌੜਿਆ, ਬ੍ਰਹਮਾ ਕੋਲ ਗਿਆ, ਵਿਸ਼ਨੂੰ ਕੋਲ ਗਿਆ, ਸ਼ਿਵ ਜੀ, ਸਾਰੇ ਦੇਵੀ ਦੇਵਤਿਆਂ, ਮਹਾਰਾਜ ਬਚਾ ਲਓ ਮੈਨੂੰ ਚੱਕਰ ਤੋਂ। ਉਹ ਕਹਿੰਦੇ ਅਸੀਂ ਨਹੀਂ ਬਚਾ ਸਕਦੇ, ਅਸੀਂ ਤੈਨੂੰ ਇਹਦੇ ਤੋਂ ਨਹੀਂ ਬਚਾ ਸਕਦੇ। ਕਹਿੰਦੇ ਫਿਰ ਕੌਣ ਬਚਾ ਸਕਦਾ? ਕਹਿੰਦੇ ਅਮਰੀਕ ਦੇ ਪੈਰੀ ਪੈ ਜਾ। ਆ ਕੇ ਫਿਰ ਰਾਜੇ ਅਮਰੀਕ ਦੇ ਪੈਰੀ ਪੈ ਗਿਆ, ਕਹਿੰਦਾ ਬਚਾਓ ਮੈਨੂੰ। ਉਹਨੇ ਹੱਥ ਜੋੜੇ, ਮਹਾਰਾਜ ਬਸ ਪੰਡਤ ਜੀ ਨੂੰ ਬਖਸ਼ ਦਿਓ। ਉਥੇ ਪੰਡਤ ਦਾ ਹੰਕਾਰ ਟੁੱਟ ਗਿਆ ਤੇ ਭਗਤ ਦੀ ਜੈ ਜੈਕਾਰ ਹੋ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਅਮਰੀਕ ਦੀ ਕਥਾ ਆਈ ਇੱਥੇ, ਕਹਿੰਦੇ ਵੀ ਜਿਵੇਂ ਅਮਰੀਕ ਦੀ ਲਾਜ ਰੱਖੀ ਸੀ, ਰਚਕ ਭਏ ਪ੍ਰਭੂ ਜਗਦੀਸ਼। ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਉਦੋਂ ਤੁਸੀਂ ਚੱਕਰ ਚਲਾਇਆ ਸੀ, ਕਿਉਂਕਿ ਹਰ ਯੁੱਗ ਵਿੱਚ ਤੁਸੀਂ ਵਰਤ ਰਹੇ ਹੋ। ਅੱਜ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਸਤਿਯੁਗ ਵਿੱਚ ਗੁਰੂ ਤੇਗ ਬਹਾਦਰ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਖਾਲਸਾ ਮੇਰੋ ਸਤਿਗੁਰ ਪੂਰਾ, ਐਵੇਂ ਨਹੀਂ ਕਿਹਾ, ਕਿਉਂਕਿ ਗੁਰੂ ਖਾਲਸੇ ਚ ਵਰਤਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਨਾ ਆਇਆ ਨਾ ਗਿਆ, ਉਹ ਅਬਿਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਗੁਰੂ ਤੇਗ ਬਹਾਦਰ ਸਾਹਿਬ ਜੀ, ਤੁਸੀਂ ਅਮਰੀਕ ਦੀ ਰੱਖਿਆ ਕੀਤੀ ਸੀ। ਤ੍ਰੇਤੇ ਰਾਮਚੰਦ ਅਵਤਾਰ, ਤ੍ਰੇਤੇ ਯੁੱਗ 'ਚ ਤੁਸੀਂ ਹੀ ਰਾਮ ਦਾ ਰੂਪ ਧਾਰਨ ਕਰਕੇ ਬਨ ਗਮਨੇ ਜਿਨ ਤ੍ਰਿਤ ਉਦਾਰ, ਬਨਵਾਸ ਕੱਟਿਆ ਸੀ। 14 ਸਾਲ ਦਾ ਬਨਵਾਸ ਕੱਟਣਾ ਆਪਣੇ ਧਰਮ ਦੀ ਪਾਲਣਾ ਕਰਨ ਵਾਸਤੇ, ਪਿਤਾ ਦਾ ਬਚਨ ਪਾਲਣ ਵਾਸਤੇ। ਬਿਦਿਓ ਪ੍ਰਤੀਖਤ ਜਹ ਚਿਰ ਕਾਲਾ, ਜਿੱਥੇ ਉਹ ਕਿਉਂ ਗਏ ਸੀ ਬਨਵਾਸ, ਉਹਨਾਂ ਨੂੰ ਕੀ ਲੋੜ ਸੀ? ਉਹ ਜਿਹੜੇ ਭਗਤ ਉਡੀਕ ਰਹੇ ਸਨ, ਉਹ ਭੀਲਣੀ ਉਡੀਕ ਰਹੀ ਸੀ, ਉਹ ਅਹਿਲਿਆ ਜਿਹੜੀ ਪੱਥਰ ਬਣ ਚੁੱਕੀ ਸੀ, ਜਿਹਨੂੰ ਸ਼ਰਾਪ ਸੀਗਾ ਗੌਤਮ ਰਿਸ਼ੀ ਦਾ ਵੀ ਜਾ ਤੂੰ ਪੱਥਰ ਬਣ ਜਾ, ਪਤੀ ਦੀ ਸ਼ਰਾਪੀ ਹੋਈ ਪੱਥਰ ਬਣੀ, ਉਡੀਕ ਰਹੀ ਸੀ ਆਤਮਾ ਵੀ ਕਦੋਂ ਭਗਵਾਨ ਆਉਣਗੇ, ਆਪਣੇ ਚਰਨ ਲਾਣਗੇ, ਮੇਰਾ ਉਧਾਰ ਹੋਵੇਗਾ। ਉਹ ਭੀਲਣੀ ਉਡੀਕ ਰਹੀ ਸੀ। ਏਦਾਂ ਦੇ ਪਤਾ ਨਹੀਂ ਹਨੂਮਾਨ ਵਰਗੇ ਕਿੰਨੇ ਕੁ ਭਗਤ ਸਨ ਜਿਹੜੇ ਜੰਗਲ 'ਚ ਹੀ ਮਿਲਣੇ ਸਨ, ਉਹ ਅਯੁੱਧਿਆ ਨਹੀਂ ਸੀ ਮਿਲ ਸਕਦੇ। ਇਸ ਕਰਕੇ ਭਗਵਾਨ ਜੀ ਨੇ 14 ਸਾਲ ਦਾ ਬਨਵਾਸ ਗ੍ਰਹਿਣ ਕੀਤਾ ਸੀ। ਹਾਂਜੀ, ਜਾਤ ਭੀਲਨੀ ਬਹਰੋ ਬਾਲਾ, ਇੱਕ ਭੀਲਣੀ ਜਾਤ ਦੀ ਸੀ, ਇੱਕ ਇਸਤਰੀ ਦਾ ਜਾਮਾ ਸੀ। ਤੇ ਸੰਤੋਸ਼ ਦੇਣ ਕੇ ਕਾਰਨ, ਉਹਦੇ ਕਿਰਪਾ ਕਰਨ ਵਾਸਤੇ, ਉਹਨੂੰ ਸੰਤੁਸ਼ਟੀ ਦੇਣ ਵਾਸਤੇ, ਉਹਦੀ ਭਗਤੀ ਨੂੰ ਪੂਰਨ ਕਰਨ ਵਾਸਤੇ ਸ੍ਰੀ ਪ੍ਰਭ ਕੀਨੋ ਸੰਦਿਕਟ ਪਧਾਰਨ, ਭਗਵਾਨ ਜੀ ਉਹਦੇ ਕੋਲ ਗਏ ਸਨ ਤੇ ਉੱਥੇ ਬੜੇ ਬੜੇ ਪੰਡਤਾਂ ਦਾ, ਬਾਹਮਣਾਂ ਦਾ ਹੰਕਾਰ ਤੋੜਿਆ ਸੀ, ਜਿਹੜੇ ਉਹਨੂੰ ਭੀਲਣੀ ਨੂੰ ਨੇੜੇ ਨਹੀਂ ਸੀ ਆਉਣ ਦਿੰਦੇ। ਪੰਪਾਸਰ ਸਰੋਵਰ 'ਚ ਕੀੜੇ ਪੈ ਗਏ, ਕਹਿੰਦੇ ਸਾਰੇ ਪੰਡਤ ਇਕੱਠੇ ਹੋ ਕੇ ਭਗਵਾਨ ਜੀ ਚਰਨ ਪਾਓ, ਕੀੜੇ ਸਾਫ਼ ਹੋ ਜਾਣ। ਪਾ ਕੇ ਚਰਨ ਵਿਖਾ ਦਿੱਤੇ, ਕੀੜੇ ਹਟੇ ਨਹੀਂ। ਉਹ ਬੜੇ ਹੈਰਾਨ ਵੀ ਮਹਾਰਾਜ ਤੁਹਾਡੇ ਚਰਨਾਂ ਨਾਲ ਵੀ ਕੀੜੇ ਨਹੀਂ ਹਟੇ। ਕਹਿੰਦੇ ਮੇਰੇ ਚਰਨਾਂ ਨਾਲ ਨਹੀਂ ਹਟਣੇ। ਕਹਿੰਦੇ ਕਿਵੇਂ ਹਟਣਗੇ? ਕਹਿੰਦੇ ਭੀਲਣੀ ਨੂੰ ਬੁਲਾਓ, ਉਹਦੇ ਚਰਨ ਪਵਾਓ, ਫੇਰ ਹਟਣਗੇ। ਜਦੋਂ ਭੀਲੜੀ ਨੇ ਪੰਪਾਸਰ ਚਰਨ ਪਾਏ, ਉਦੋਂ ਪਾਣੀ ਨਿਰਮਲ ਹੋ ਗਿਆ। ਉਹ ਦਿਖਾਣਾ ਸੀਗਾ ਵੀ ਭਗਵਾਨ ਨਾਲੋਂ ਭਗਤ ਵੱਡਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਗਵਾਨ ਨਾਲੋਂ ਭਗਤ ਵੱਡਾ ਹੈ। ਭਗਤ ਦੀ ਤਾਕਤ ਹੈ ਸਾਰੀ। ਗੁਰਬਾਣੀ ਵਿੱਚ ਵੀ ਕਹਿੰਦੇ ਹਉ ਗੁਣ ਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਭਗਤ ਕਹਿੰਦੇ ਮਹਾਰਾਜ ਸਾਰੀ ਦੁਨੀਆ ਤੁਹਾਡੇ ਆਸਰੇ ਜਿਉਂਦੀ ਹੈ, ਤੁਸੀਂ ਕਿਹਦੇ ਆਸਰੇ ਜਿਉਂਦੇ ਹੋ? ਕਹਿੰਦੇ ਮੈਂ ਆਪਣੇ ਭਗਤਾਂ ਦੇ ਆਸਰੇ ਜਿਉਂਦਾ। ਭਗਤ ਹੀ ਭਗਵਾਨ ਨੂੰ ਜਿਉਂਦਾ ਰੱਖਦੇ ਆ, ਨਹੀਂ ਤਾਂ ਰਣਾਕਸ਼ ਨੇ ਮਾਰ ਹੀ ਦਿੱਤਾ ਸੀ ਭਗਵਾਨ। ਅੱਜ ਵੀ ਸਾਧ ਸੰਗਤ ਜੀ ਬੜੀਆਂ ਬੜੀਆਂ ਏਜੰਸੀਆਂ, ਬੜੀਆਂ ਬੜੀਆਂ ਸਰਕਾਰਾਂ, ਬੜੀਆਂ ਬੜੀਆਂ ਤਾਕਤਾਂ ਵਿੱਚ ਧਰਮ ਨੂੰ ਖਤਮ ਕਰ ਦੇਣਾ, ਪਰ ਕਿਤੇ ਨਾ ਕਿਤੇ ਰੱਬ ਦਾ ਕੋਈ ਪ੍ਰਹਲਾਦ ਜਾਗ ਹੀ ਪੈਂਦਾ, ਕਹਿੰਦਾ ਆਹ ਵੇਖੋ ਰੱਬ ਹੈ, ਕੌਣ ਮਾਰ ਸਕਦਾ। ਤੇ ਰਹਿੰਦੀ ਦੁਨੀਆ ਤੱਕ ਇਦਾਂ ਹੀ ਹੋਣਾ। ਕੋਈ ਨਹੀਂ ਖਤਮ ਕਰ ਸਕਦਾ ਧਰਮ ਨੂੰ, ਕਿਉਂਕਿ ਅਕਾਲ ਪੁਰਖ ਪਰਮੇਸ਼ਰ ਦੇ ਭਗਤ ਜਿਉਂਦੇ ਹਨ। ਭਗਤਾਂ ਦੇ ਹੁੰਦਿਆਂ ਕੌਣ ਨਾਨਕ ਭਗਤਾਂ ਸਦਾ ਵਿਗਾਸ, ਸਦਾ ਹੀ ਖੜੇ ਰਹਿਣਗੇ। ਸੁਣਿਆ ਦੁਖ ਭਾਵ ਕਾ ਨਾਸ। ਭਗਤਾਂ ਦੀ ਮਹਿਮਾ ਵੱਡੀ ਹੈ। ਭਗਤ ਬਰਾਬਰ ਔਰ ਨਾ ਕੋਈ। ਬਾਣੀ 'ਚ ਲਿਖਿਆ ਨਾ, ਪੰਡਤ ਗੁਣੀ ਛਤਰਪਤ ਰਾਜਾ। ਪੰਡਤ ਪੜ੍ਹੇ ਲਿਖੇ ਨੂੰ ਕਹਿੰਦੇ ਆ,
ਗੁਣੀ ਬਹੁਤ ਸਾਰੇ ਗੁਣ ਸਿੱਖੇ, ਸਾਇੰਸ ਵਗੈਰਾ ਵਿਦਿਆ, ਡਾਕਟਰ ਇੰਜੀਨੀਅਰ ਬਣਿਆ ਹੋਵੇ, ਛਤਰਪਤੀ ਰਾਜਾ ਉਹ ਸਾਰੀ ਧਰਤੀ ਦਾ ਹੋਵੇ, ਭਗਤ ਬਰਾਬਰ ਹੋਰ ਨਾ ਕੋਈ, ਭਗਤ ਦੀ ਨਹੀਂ ਬਰਾਬਰੀ ਕਰ ਸਕਦਾ। ਹਾਂਜੀ, ਮਨੋ ਕਾਮਨਾ ਪੂਰਨ ਕੀਨ, ਜਾ ਕੇ ਭੀਲਣੀ ਦੀ ਮਨੋਕਾਮਨਾ ਪੂਰਨ ਕੀਤੀ, ਝੂਠੇ ਵੇਰ ਖਾ ਲਏ ਭਗਵਾਨ ਜੀ ਨੇ। ਸਭ ਤੇ ਉੱਚੋ ਪਦ ਤਿਸ ਦੀਨ, ਕਹਿੰਦੇ ਸਾਰਿਆਂ ਤੋਂ ਉੱਚੀ ਪਦਵੀ ਉਹਨੂੰ ਦਿੱਤੀ, ਜੇ ਤਾਂ ਝੂਠੇ ਵੇਰ ਖਾ ਲੈਣੇ ਕੋਈ ਛੋਟੀ ਗੱਲ ਹੈ। ਔਰ ਉਹਨੂੰ ਸਾਰੇ ਇੰਨਾ ਤਿਰਸਕਾਰ ਦੇ ਵੀ ਉਹਨੂੰ ਨੇੜੇ ਵੀ ਨਹੀਂ ਲੱਗਣ ਦਿੰਦੇ ਸੀ ਬ੍ਰਾਹਮਣ ਲੋਕ। ਉਹਦੇ ਝੂਠੇ ਬੇਰ ਖਾ ਕੇ, ਉਹਦੇ ਚਰਨ ਪਵਾ ਕੇ, ਪੰਪਾਸਰ ਸਰੋਵਰ ਸ਼ੁੱਧ ਕਰਕੇ ਵਿਖਾਤਾ ਵੀ ਭਗਤ ਦੀ ਮਹਿਮਾ, ਭਗਤ ਬਰਾਬਰ ਹੋਰ ਨਾ ਕੋਈ, ਭਗਤ ਦੇ ਬਰਾਬਰ ਨਹੀਂ ਕੋਈ। ਹਾਂਜੀ, ਹੁਣ ਸ੍ਰੀ ਕ੍ਰਿਸ਼ਨ ਬਿਦਰ ਕੇ ਗਏ, ਫਿਰ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦੀ ਕਥਾ ਸੁਣ ਲਓ। ਜਦੋਂ ਆਏ ਨੇ ਵਕੀਲ ਬਣ ਕੇ, ਤੇ ਉੱਥੇ ਰਾਤ ਕਿੱਥੇ ਕੱਟੀ ਹੈ, ਸੁਲ੍ਹਾ ਕਰਾਉਣ ਆਏ ਇਹਨਾਂ ਦੀ, ਰਾਤ ਕੱਟੀ ਬਿਦਰ ਦੇ ਘਰ। ਬਿਦਰ ਦੇ ਘਰ ਰਾਤ ਕੱਟੀ। ਸਵੇਰੇ ਦੁਰਜੋਧਨ ਸਭਾ ਵਿੱਚ ਰੁੱਖਾ ਹੋ ਕੇ ਬੋਲਿਆ, ਭਾਈ ਸਾਹਿਬ ਜੀ ਲਿਖਦੇ, ਬੋਲਿਆ ਦੁਰਜੋਧਨ ਹੋਏ ਰੁੱਖਾ, ਘਰ ਸਾਡਾ ਛੱਡ ਕੇ ਗੋਲੇ ਦੇ ਘਰ ਜਾਏ ਕਿ ਸੁੱਖਾ। ਤੂੰ ਸਾਡੇ ਘਰ ਨਹੀਂ ਰਾਤ ਕੱਟੀ, ਸਾਡੇ ਗੁਲਾਮ ਦੇ ਘਰ ਸੀ, ਰਾਜੇ ਆ, ਤੂੰ ਰਾਜਿਆਂ ਦੇ ਘਰ ਆਉਣਾ ਸੀ, ਤੂੰ ਗੋਲੇ ਦੇ ਘਰ ਕਿਉਂ ਰਾਤ ਕੱਟੀ। ਅੱਗੋਂ ਭਗਵਾਨ ਹੱਸ ਬੋਲੇ, ਭਗਵਾਨ ਜੀ ਮੇਰੇ ਨਾ ਹੀ ਆਪਦਾ ਦੁੱਖਾ। ਹੱਸ ਕੇ ਕਹਿੰਦੇ ਮੈਨੂੰ ਵੱਧ ਘੱਟ ਦਾ ਨਹੀਂ ਫਰਕ ਪੈਂਦਾ, ਮੈਨੂੰ ਭਾਵੇਂ ਨਵਾਰ ਦੇ ਪਲੰਘ ਤੇ ਪਾ ਦਿਓ ਤੇ ਭਾਵੇਂ ਮੈਨੂੰ ਭੁੰਜੇ ਜ਼ਮੀਨ ਤੇ ਪਾ ਦਿਓ, ਮੇਰੇ ਵਾਸਤੇ ਨਾ ਖੁਸ਼ੀ ਹੈ ਨਾ ਦੁੱਖ ਹੈ, ਮੇਰੇ ਨਾ ਹੀ ਆਪਦਾ ਦੁੱਖਾ। ਜੇ ਆ ਭਾਉ ਜਵੇਹਾ ਬਿਦਰ ਦੇ, ਜਿੰਨੀ ਭਾਵਨਾ ਬਿਦਰ ਕੋਲ ਹੈ ਨਾ, ਕਹਿੰਦੇ ਔਰੀ ਦੇ ਚਿਤ ਚਾਉ ਨਾ ਚੁੱਖਾ, ਇੰਨਾ ਵੀ ਨਹੀਂ ਤੁਹਾਡੇ ਚ। ਆਖੋ ਸ੍ਰੀ ਵਾਹਿਗੁਰੂ। ਚੁੱਖਾ ਕਹਿੰਦੇ ਇੰਨਾ ਸਾਰਾ, ਚੁਟਕੀ ਜਿੰਨਾ। ਕਹਿੰਦੇ ਵੀ ਤੇਰੇ ਕੋਲ ਤੇ ਚੁਟਕੀ ਵੀ ਪ੍ਰੇਮ ਨਹੀਂਗਾ, ਚੁੱਖਾ ਥੋੜਾ ਜਿਹਾ ਵੀ ਜਿਹੜਾ ਉਹਦੇ ਕੋਲ ਹੈ। ਰਾਜਨ ਕੌਣ ਤੁਮਾਰੇ ਆਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵ ਹੈ। ਹਸਤੀ ਦੇਖ ਭਰਮ ਤੇ ਭੂਲਾ, ਆਪਣੇ ਹਾਥੀ ਘੋੜਿਆਂ ਦੇ ਹੰਕਾਰ 'ਚ ਫਿਰਦਾ। ਸ੍ਰੀ ਭਗਵਾਨ ਨਾ ਜਾਣਿਆ, ਤੂੰ ਮਹਾਰਾਜ ਪਰਮੇਸ਼ਰ ਅਕਾਲ ਪੁਰਖ ਦੀ ਜੋਤ ਨੂੰ ਪਛਾਣ ਹੀ ਨਹੀਂ ਸਕਿਆ। ਤੁਮਰੋ ਦੂਧ, ਤੇਰੇ ਘਰ ਦਾ ਦੁੱਧ ਤੇ ਬਿਦਰ ਦੇ ਘਰ ਦਾ ਪਾਣੀ, ਬਿਦਰ ਕੋ ਪਾਣੀ ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਤੇਰੇ ਖੀਰ ਦੇ ਨਾਲੋਂ, ਤੇਰੀ ਖੀਰ ਨਾਲੋਂ ਉਹਦੇ ਸਾਗ ਵਿੱਚ ਸਵਾਦ ਜ਼ਿਆਦਾ ਆਇਆ, ਕਿਉਂਕਿ ਸਾਰੀ ਰਾਤ ਕੀਰਤਨ ਹੁੰਦਾ ਰਿਹਾ, ਕਥਾ ਹੁੰਦੀ ਰਹੀ ਹੈ। ਤੇਰੇ ਘਰ ਨਿੰਦਾ ਚੁਗਲੀ ਹੋਣੀ ਸੀ, ਰਾਜਨੀਤੀ ਦੀਆਂ ਝੂਠੀਆਂ ਗੰਦੀਆਂ ਗੱਲਾਂ ਹੋਣੀਆਂ ਸੀ, ਕੀ ਹੋਣਾ ਸੀ, ਕੂੜ ਕਪਟ ਹੋਣਾ ਸੀ। ਉੱਥੇ ਸਾਰੀ ਰਾਤ ਕਥਾ ਹੋਈ ਹੈ, ਕੀਰਤਨ ਹੋਇਆ, ਪਰਮੇਸ਼ਰ ਦੀ ਚਰਚਾ ਤੋਂ ਬਿਨਾਂ ਕੋਈ ਗੱਲ ਨਹੀਂ ਹੋਈ। ਖੀਰ ਸਮਾਨ ਸਾਗ ਮੈਂ ਪਾਇਆ, ਤੇ ਸਾਧ ਸੰਗਤ ਜੀ ਬਿਦਰ ਦੀ ਘਰ ਵਾਲੀ ਲੂਣ ਪਾਣਾ ਭੁੱਲ ਗਈ ਸੀਗਾ, ਇਹ ਵੀ ਤੁਹਾਨੂੰ ਪਤਾ ਹੋਣਾ। ਕਾਲੀ ਨਾਲ ਸਾਗ ਬਣਾਇਆ, ਲੂਣ ਪਾਣਾ ਭੁੱਲ ਗਈ। ਮਹਾਰਾਜ ਖਾਈ ਗਏ। ਇਹ ਹੁਣ ਖਿਆਲ ਆਇਆ ਵੀ ਜੇ ਕਿਤੇ ਸਾਗ ਦਾ ਚਮਚਾ ਬਚ ਗਿਆ ਇਹਨਾਂ ਨੇ ਖਾਣਾ, ਤੇ ਬਾਅਦ ਚ ਪਤਾ ਲੱਗਣਾ ਵੀ ਲੂਣ ਨਹੀਂ ਪਾਇਆ। ਕਹਿੰਦੇ ਬੜਾ ਸਵਾਦ ਹੈ, ਹੋਰ ਪਾ ਦਿਓ। ਸਾਰਾ ਪਤੀਲਾ ਸਮਾਪਤ ਕਰਕੇ ਕਹਿੰਦੇ ਬਸ ਹੁਣ ਮੈਂ ਰੱਜ ਗਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕਰ ਆਨੰਦ ਬਿਨੋਦੀ, ਜਾਤ ਨਾ ਕਹੂੰ ਕੀ ਮਾਨੀ। ਉਹ ਕਿਸੇ ਦੀ ਜਾਤ ਥੋੜਾ ਵੇਖਦਾ, ਉਹਦਾ ਪ੍ਰੇਮ ਦਾ ਭੁੱਖਾ ਹੈ। ਹਾਂਜੀ, ਸੋਦਾਮਾ ਕੇ ਤੰਦੁਲ ਖਏ, ਤੇ ਸੁਦਾਮਾ ਗਰੀਬ ਬਾਹਮਣ ਭਗਵਾਨ ਨੂੰ ਮਿਲਣ ਵਾਸਤੇ ਚੱਲਿਆ। ਭਾਈ ਸਾਹਿਬ ਜੀ ਲਿਖਦੇ, ਬਿਪ ਸੁਦਾਮਾ ਦਾਲ ਦੀ ਬਾਲ ਸਖਾਈ, ਮਿੱਤਰ ਸਦਾਏ। ਬਾਲ ਬਚਪਨ ਦਾ ਮਿੱਤਰ ਸੀਗਾ। ਘਰ ਵਾਲੀ ਲਾਗੂ ਹੋਈ ਬਾਹਮਣੀ, 5-7 ਨਿਆਣੇ ਹੋ ਗਏ, ਘਰ 'ਚ ਰੋਟੀ ਕੋਈ ਨਹੀਂ, ਬੜੀ ਗਰੀਬੀ, ਗੱਲਾਂ ਸੁਣਾਇਆ ਕਰੇ। ਉਹ ਜਿਹੜਾ ਦਵਾਰਕਾ ਦਾ ਰਾਜਾ ਨਾ, ਮੇਰਾ ਸਹਿਪਾਠੀ, ਅਸੀਂ ਇਕੱਠੇ ਪੜ੍ਹੇ ਹਾਂ। ਉਹ ਕਹਿੰਦੀ ਐਵੇਂ ਰੋਜ਼ ਗੱਪਾਂ ਮਾਰਦੇ ਨੇ, ਤੇਰਾ ਸਹਿਪਾਠੀ, ਤੂੰ ਉੱਥੇ ਪੜ੍ਹਦਾ, ਤੇ ਹਾਲ ਆਪਣਾ ਵੇਖ। ਜੇ ਤੇਰਾ ਮਿੱਤਰ ਜਾ ਗੱਲ ਕਰ ਉਹਦੇ ਨਾਲ। ਕਹਿੰਦਾ ਮਿੱਤਰ ਤੋਂ ਮੰਗੀ ਦਾ ਨਹੀਂ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਰਿਆਦਾ ਕਿ ਦੇਖੋ ਉਹ ਲੋਕ ਕਿੱਦਾਂ ਦੇ ਸਨ। ਕਹਿੰਦੀ ਨਹੀਂ ਜਾ ਤਾਂ ਸਹੀ ਮਿਲਣ ਵਾਸਤੇ। ਚੱਲਿਆ ਗਣਦਾ ਗੱਟੀਆਂ, ਕਿਉਂ ਕਰ ਮਿਲ ਗਿਆ ਕੌਣ ਮਿਲਾਏ। ਮਨ ਸੋਚਦਾ ਕਿਵੇਂ ਜਾਵਾਂਗਾ, ਸੈਂਕੜੇ ਮੀਲ ਦਾ ਪੈਂਡਾ, ਨੰਗੇ ਪੈਰ, ਕੰਡੇ ਲੱਗੇ, ਬੁਰੇ ਹਾਲ ਬਾਂਕੇ ਦਿਹਾੜੇ। ਪਹੁੰਚਾ ਨਗਰ ਦਵਾਰਕਾ, ਸਿੰਘ ਦਵਾਰ ਖਲੋਤਾ ਜਾਏ, ਬੂਹੇ ਤੇ ਖਲੋਤਾ। ਪਹਿਰੇਦਾਰਾਂ ਨੂੰ ਕਹਿੰਦਾ, ਦਰਬਾਨਾਂ ਨੂੰ, ਕਿ ਮੇਰੇ ਭਗਵਾਨ ਜੀ ਨਾਲ ਬੜੇ ਤਾਲੁਕਾਤ ਨੇ, ਮੇਰੇ ਮਿੱਤਰ ਨੇ, ਨੂੰ ਕਹੋ ਤੁਹਾਡਾ ਮਿੱਤਰ ਸੁਦਾਮਾ ਮਿਲਣਾ। ਉਹ ਹੱਸੇ, ਉਹਨਾਂ ਟੀਚਰਾਂ ਕੀਤੀਆਂ। ਖੈਰ ਇੱਕ ਨੇ ਜਾ ਕੇ ਦੱਸਿਆ, ਕਹਿੰਦੇ
ਜਦੋਂ ਸੁਣਿਆ ਛੱਡ ਸਿੰਘਾਸਣ ਹਾਰਜੀ ਆਏ, ਨੰਗੇ ਪੈਰ ਦਾਸੀਆਂ ਜੁੱਤੀਆਂ ਲੈ ਕੇ ਪਿੱਛੇ ਭੱਜੀਆਂ, ਸੇਵਾਦਾਰ ਨੌਕਰ ਚਾਕਰ, ਇਹ ਕੀ ਹੋ ਗਿਆ ਨੇ? ਤੇ ਅੱਗੋਂ ਵਿਚਾਰਾ ਸੁਦਾਮਾ ਪਿਛਾ ਨੂੰ ਮੁੜ ਚੱਲਿਆ ਸੀ, ਜਾ ਜੱਫੀ ਪਾਈ ਤੇ ਲਿਜਾ ਕੇ ਆਪਣੇ ਆਸਣ ਤੇ ਬਿਠਾ ਕੇ ਆਪਣੇ ਹੱਥੀ ਪੈਰ ਧੋ ਕੇ ਬਹੁਤ ਪਿਆਰ ਗੁਰ ਸੇਵਾ ਦੀ ਕਥਾ ਸੁਣਾਏ। ਉਹ ਗੱਲਾਂ ਬਚਪਨ ਦੀਆਂ ਜਦੋਂ ਇਕੱਠੇ ਪੜ੍ਹਦੇ ਸੀ ਉਜੈਨ ਵਿੱਚ ਸੰਦੀਪਨ ਗੁਰੂ ਦੀ ਪਾਠਸ਼ਾਲਾ ਵਿੱਚ, ਉਹ ਸਾਂਝੀਆਂ ਕੀਤੀਆਂ। ਤੇ ਸੁਦਾਮਾ ਘਰੋਂ ਤੁਰਨ ਲੱਗਾ, ਘਰ ਵਾਲੀ ਨੂੰ ਕਹਿੰਦਾ ਵੀ ਸਾਧੂਆਂ ਮਹਾਂਪੁਰਸ਼ਾਂ ਕੋਲ ਜਾਣਾ ਹੋਵੇ, ਵੈਦ ਡਾਕਟਰ ਕੋਲ ਜਾਣਾ ਹੋਵੇ, ਰਾਜੇ ਮਹਾਰਾਜੇ ਕੋਲ, ਵੈਦ ਰਾਜ ਗੁਰ ਪੀਰ ਪੇ ਖਾਲੀ ਹੱਥ ਨਾ ਜਾਏ। ਗੁਰੂ ਕੋਲ ਜਾਣਾ, ਸੰਤਾਂ ਮਹਾਂਪੁਰਸ਼ਾਂ ਕੋਲ ਜਾਣਾ, ਰਾਜੇ ਕੋਲ ਜਾਣਾ, ਕੁਝ ਲੈ ਕੇ ਜਾਈਦਾ। ਉਹ ਕਹਿੰਦੀ ਜੀ ਘਰ ਦੇ ਥੋੜੇ ਜਿਹੇ ਚਾਵਲ ਨੇ, ਇੰਨੇ ਕੁ ਮੁੱਠੀ ਕੁ ਚਾਵਲ ਸੀਗੇ, ਉਹ ਪੱਲੇ ਬੰਨੇ ਹੋਏ ਸੀ। ਜਦੋਂ ਉੱਥੇ ਵੇਖੇ ਸੋਨੇ ਦੇ ਮਹਿਲ, ਸੋਨੇ ਦੀਆਂ ਥਾਲੀਆਂ 'ਚ ਰੋਟੀਆਂ ਖਵਾਈਆਂ ਜਾਂ ਇਹ ਚਾਵਲਾਂ ਦੀ ਕੀ ਬੁੱਕਤ ਹੈ, ਉਹ ਆਪਣੇ ਅੰਦਰ ਘੁੱਟ ਗਿਆ। ਤੇ ਭਗਵਾਨ ਜੀ ਕਹਿੰਦੇ ਆਹ ਕੀ ਲੁਕੋਇਆ? ਉਹ ਕਹਿੰਦਾ ਮਹਾਰਾਜ ਇਹ ਕੀ ਕੁਛ ਨਹੀਂ। ਕਹਿੰਦੇ ਨਾ, ਲੈ ਕੇ ਤੰਦੁਰ ਚੱਬਿਓ ਨਾ। ਭਾਈ ਸਾਹਿਬ ਗੁਰਦਾਸ ਕਹਿੰਦੇ ਲੈ ਕੇ ਛਪੱਕਾ ਮਾਰਿਆ, ਚੱਬ ਕੇ ਚਾਵਲ ਉਹਦੇ ਖਾ ਗਏ ਭਗਵਾਨ। ਤੇ ਚਾਰ ਪਦਾਰਥ ਸੁੱਕ ਚ ਬਿਠਾਏ। ਉਹ ਜਦੋਂ ਘਰ ਗਿਆ ਸੀ ਤੇ ਮਹਿਲ ਬਣੇ ਹੋਏ ਸੀਗੇ, ਉਹਦੀ ਘਰ ਵਾਲੀ, ਉਹਦੇ ਬੱਚੇ ਰਾਣੀਆਂ ਰਾਜਕੁਮਾਰਾਂ ਦੀ ਤਰ੍ਹਾਂ ਰਹਿ ਰਹੇ ਸਨ। ਏਦਾਂ ਇਹ ਭਗਵਾਨ ਦੀ ਖੇਡ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਆਪਣੇ ਸੇਵਕਾਂ ਨੂੰ ਹਰ ਯੁੱਗ ਵਿੱਚ ਏਦਾਂ ਹੀ ਮਾਣ ਦਿੰਦੇ ਹੋ। ਲਾਜ ਦਰੋਪਤੀ ਕੀ ਰੱਖ ਲੀਨ। ਤੇ ਦਰੋਪਤੀ ਜਦੋਂ ਦਰਬਾਰ ਦੇ ਵਿੱਚ ਲਿਆਂਦੀ, ਮੱਥੇ ਤੋਂ ਵਾਲ ਘੜੀਸ ਕੇ ਫੜ ਕੇ ਅੰਦਰ ਸਭਾ ਦੁਸ਼ਾਸਨੇ, ਮੱਥੇ ਵਾਲ ਦਰੋਪਤੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ, ਪੰਜੇ ਪਾਂਡੋ ਦੇਖਦੇ ਔਕੜ ਰੁੱਧੀ ਨਾਰ ਜਿਨ੍ਹਾਂ ਦੀ। ਉਸ ਵੇਲੇ ਕੋਈ ਸਹਾਈ ਨਹੀਂ ਸੋਇਆ, ਉਹਨੇ ਹਾ ਹਾ ਕ੍ਰਿਸ਼ਨ ਕਰੇ ਬਿਲ ਰਾਂਦੀ। ਜਦੋਂ ਯਾਦ ਕੀਤਾ ਤੇ ਪੰਚਾਲੀ ਕੋ ਰਾਜ ਸਭਾ ਮੈਂ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ। ਅੱਜ ਕੱਲ ਇਹ ਕਥਾ ਸੁਣਾਈਏ ਨਾ ਤੇ ਸਾਡੇ ਤੇ ਇੱਕਦਮ ਲੈਵਲ ਲਾਦੇ RSS ਦਾ ਬੰਦਾ ਜਿਹੜੀਆਂ ਕ੍ਰਿਸ਼ਨ ਦੀਆਂ ਕਹਾਣੀਆਂ ਸੁਣਾਉਂਦਾ। ਇਹ ਸਾਡੇ ਸਿੱਖ ਧਰਮ ਦੇ ਵਿੱਚ ਸਾਨੂੰ ਸਰਟੀਫਿਕੇਟ ਮਿਲਦਾ ਜੇ, ਪਰ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਇੱਕ ਅੱਖਰ ਵੀ ਬੋਲਦਾ ਹੋਵਾਂ ਤੇ ਫੜ ਲਿਆ ਜੇ। पंचाली को राज सभा में राम नाम सुध आई, ताको दुख हरियो करुणा में अपनी पैज बढ़ाई। पता नहीं कित्थों दी सिੱਖੀ ਲੈ ਆਏ ਆਪਾਂ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕਿਹੜੀ ਸਿੱਖੀ ਲਿਆਉਂਗੇ? ਗੁਰਮਤ ਕਿੱਥੋਂ ਲਿਆਓਗੇ? ਕਹਿੰਦੇ ਗੁਰਮਤ ਨਹੀਂ ਮੰਨਦੀ। ਮੈਂ ਕਿਹਾ ਗੁਰਮਤ ਦੀ ਕਿਤਾਬ ਤਾਂ ਦਿਖਾ ਦਿਓ, ਕਿੱਥੇ ਲਿਖੀ ਤੁਹਾਡੀ ਗੁਰਮਤ? ਫੇਸਬੁੱਕ ਤੇ, WhatsApp ਤੇ? ਇਹ ਗੁਰਮਤ ਨਹੀਂ। ਗੁਰਮਤ ਗੁਰੂ ਗ੍ਰੰਥ ਸਾਹਿਬ 'ਚ ਹੈ, ਗੁਰਮਤ ਭਾਈ ਗੁਰਦਾਸ ਦੀ ਬਾਣੀ 'ਚ ਹੈ, ਗੁਰਮਤ 10ਵੇਂ ਪਾਤਸ਼ਾਹ ਦੀ ਬਾਣੀ 'ਚ ਹੈ, ਗੁਰਮਤ ਭਾਈ ਆਨੰਦ ਲਾਲ ਜੀ ਕੋਲ ਹੈ, ਗੁਰਮਤ ਭਾਈ ਸੰਤੋਖ ਸਿੰਘ ਕੋਲ ਹੈ। ਆਹ ਗੁਰਮਤ ਲਈ ਫਿਰਦੇ ਜਿਹੜੀ ਲੜਾਈਆਂ ਕਰਾਂਦੀ ਹੈ, ਝਗੜੇ ਪਵਾਉਂਦੀ ਹੈ, ਜੂੰਡੇ ਪਟਾਉਂਦੀ, ਗੁਰਦੁਆਰੇ ਪੱਗਾਂ ਲਵਾਉਂਦੀ, ਇਹ ਗੁਰਮਤ? ਸਣੇ ਜੁੱਤੀਆਂ ਦੇ ਪੁਲਿਸ ਤੁਹਾਡੇ ਗੁਰਦੁਆਰੇ 'ਚ ਵੜਦੀ, ਤੁਸੀਂ ਵਾੜਦੇ ਹੋ, ਇਹ ਗੁਰਮਤ ਨਹੀਂ। ਗੁਰਮਤ ਹੈ ਭੈ ਭਾਵਨੀ ਭਗਤੀ ਸ਼ਰਧਾ ਪਿਆਰ। ਜੇ ਹੈ ਤੁਹਾਡੇ ਕੋਲ, ਤੁਹਾਡੀ ਲੋਕ ਵੀ ਜੈ ਜੈਕਾਰ, ਪਰ ਲੋਕ ਵੀ ਜੈ ਜੈਕਾਰ। ਜੇ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਮੱਤ ਅਨੁਸਾਰ ਤੁਰਨਾ ਤੇ ਜਿੰਨੇ ਮਰਜ਼ੀ ਵੱਡੇ ਵੱਡੇ ਚੋਲੇ ਪਾ ਲਓ, ਕੁਛ ਨਹੀਂ ਬਣਨਾ। पंचाली को राज सभा में राम नाम सुध आई, गुरु तेग बहादुर साहब की बाणी है। ताको दुख हरियो करना मैं अपनी पैज बढ़ाई। परमेश्वर ने ओदी लाज रख ली। सो आ गुरु तेग बहादुर साहब महाराज हुण साडी लाज रखो। असी भी तुहाडे बच्चे हाँ, असी प्रदेशां 'च बैठे हाँ, आओ सानू दर्शन दिओ। रक्षा कीन पिखे जो दीन। आ महाराज ਜਿਹੜੇ ਜਿਹੜੇ ਵੀ ਗਰੀਬ ਵੇਖੇ, ਨਿਮਾਣੇ ਵੇਖੇ, ਉਹਨਾਂ ਦੀ ਤੁਸੀਂ ਰੱਖਿਆ ਕੀਤੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਾਂਜੀ, ਸ੍ਰੀ ਨਾਨਕ ਕਲ ਮੈਂ ਅਵਤਾਰ। ਕਲਯੁਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਵਤਾਰ ਧਾਰਿਆ ਹੈ। ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ। ਇਹ ਭੱਟਾਂ ਦੇ ਸਵਈਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ। ਹਾਂਜੀ, ਨਗਰ ਏਮਨਾਬਾਦ ਮਝਾਰ। ਐਮਨਾਬਾਦ ਨਗਰ ਦੇ ਵਿੱਚ ਲਾਲੋ ਸ਼ੂਦਰ ਤਾਹੇ ਕਰ ਜਾਏ। ਤਖਾਣਾ ਦਾ ਮੁੰਡਾ ਬੜਾ ਗਰੀਬ ਲਾਲੋ ਬੈਠਾ ਹੈ। ਉਹਦੇ ਘਰ ਕੋਈ ਬਾਹਮਣ ਨਹੀਂ ਆਉਂਦਾ, ਉਹਦੇ ਘਰ ਕੋਈ ਖੱਤਰੀ ਨਹੀਂ ਆਉਂਦਾ ਰੋਟੀ ਖਾਣ। ਉਹਦਾ ਪਰਛਾਵਾਂ ਵੀ ਮਾੜਾ ਮੰਨਦੇ ਹਨ। ਵੱਡੇ ਵੱਡੇ ਮਲਕ ਭਾਦੋਆਂ ਦੇ ਪੂੜੇ ਛੱਡ ਕੇ
ਪਰਮੇਸ਼ਰ ਗੁਰੂ ਨਾਨਕ ਸੱਚੇ ਪਾਤਸ਼ਾਹ ਉਸ ਤਖਾਣ ਦੇ ਘਰ ਜਾ ਬੈਠੇ। ਉਹਦੇ ਘਰ ਕੋਧਰੇ ਦੀ ਰੁੱਖੀ ਰੋਟੀ ਖਾਈ ਹੈ। ਰੋਚ ਸੋ ਅਸਨ ਬਨਾਇਓ ਖਾਏ। ਉਹ ਬੜੇ ਪ੍ਰੇਮ ਨਾਲ ਪ੍ਰਸ਼ਾਦੇ ਬਣਾਉਂਦਾ ਹੈ ਤੇ ਸਤਿਗੁਰੂ ਛਕਦੇ ਹਨ। ਤਿਨ ਗਾਦੀ ਪਰ ਭਏ ਜੋ ਪਾਛੇ। ਉਹਨਾਂ ਦੀ ਗੱਦੀ ਤੇ ਜਿੰਨੇ ਵੀ ਗੁਰੂ ਸਾਹਿਬ ਬੈਠੇ ਹਨ ਉਹਨਾਂ ਨੇ ਗਰੀਬਾਂ ਨੂੰ ਨਿਵਾਜਿਆ ਹੈ। ਮਾਈ ਭਾਗ ਭਰੀ ਦਾ ਚੋਲਾ ਲੈਣ ਗੁਰੂ ਹਰਗੋਬਿੰਦ ਸਾਹਿਬ ਕਿੱਥੇ ਸ੍ਰੀਨਗਰ ਜਾ ਪਹੁੰਚੇ ਹਨ। ਏਦਾਂ ਹੀ ਸਾਰੇ ਗੁਰੂ ਸਾਹਿਬ ਕਰਦੇ ਆਏ ਹਨ। ਇਸ ਰੀਤੀ ਜਿਮ ਪ੍ਰੇਮੀ ਬਾਂਛੇ। ਏਦਾਂ ਮਹਾਰਾਜ ਪ੍ਰੇਮੀ ਸਿੱਖ ਤੁਹਾਨੂੰ ਪੂਰਬ ਵਿੱਚ ਯਾਦ ਕਰ ਰਹੇ ਹਨ। ਕਰਤ ਰਹੇ ਸਭ ਪੂਰਨ ਆਸਾ। ਮਹਾਰਾਜ ਤੁਸੀਂ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲੇ ਹੋ। ਯਹਾਂ ਤੇ ਹਮੈ ਸਭਨ ਪਰਵਾਸਾ। ਇਸ ਕਰਕੇ ਸਾਨੂੰ ਤੁਹਾਡੇ ਤੇ ਭਰੋਸਾ ਹੈ ਵੀ ਤੁਸੀਂ ਆਓਗੇ। ਪੂਰਾ ਅਰਦਾਸ ਹੁੰਦੀ ਵਿਸ਼ਵਾਸ ਨਾਲ, ਤੇ ਜੇ ਵਿਸ਼ਵਾਸ ਨਾ ਹੋਵੇ ਤੇ ਉੱਤੋਂ ਹੀ ਤੂੰ ਠਾਕਰ ਤੂੰ ਪੈ ਅਰਦਾਸ ਕਰੀ ਜਾ, ਭਾਵੇਂ ਰੋਜ਼ 50 ਅਰਦਾਸਾਂ ਕਰੀ ਜਾ। ਵਿਸ਼ਵਾਸ ਤੋਂ ਬਿਨਾਂ ਅਰਦਾਸ, ਫਿਰ ਵਿਸ਼ਵਾਸ ਦੀ ਅਰਦਾਸ ਇੱਕ ਲਫ਼ਜ਼ ਨਾਲ ਹੋ ਜਾਂਦੀ ਹੈ। ਵਿਸ਼ਵਾਸ ਹੈ ਗੁਰੂ ਜੀ ਬਚਾ ਲਓ, ਪਰ ਇੰਨੇ ਮੂੰਹ ਤੋਂ ਨਿਕਲ ਜਾਵੇ ਹਾਜ਼ਰ ਹੋ ਕੇ ਬਚਾ ਲੈਂਦੇ ਆ। ਤੇ ਉਦਾਂ ਵਿਸ਼ਵਾਸ ਕੋਈ ਨਹੀਂ, ਇੱਥੇ ਵੀ ਅਰਦਾਸ ਕੀਤੀ, ਉੱਥੇ ਵੀ 50 ਜਗ੍ਹਾ ਤੇ ਅਰਦਾਸ ਕਰਾਈ ਜਾਂਦੇ ਅਸੀਂ, ਵਿਸ਼ਵਾਸ ਸਾਡਾ ਇੱਕ ਤੇ ਵੀ ਨਹੀਂ ਬਣਦਾ। ਉਹ ਕਹਿੰਦੇ ਸਾਡਾ ਵਿਸ਼ਵਾਸ ਹੈ ਵੀ ਤੁਸੀਂ ਆਓਗੇ। ਤੁਸੀਂ ਐਨੇ ਯੁੱਗਾਂ 'ਚ ਆਪਣੇ ਭਗਤਾਂ ਦੀ ਲਾਜ ਰੱਖੀ, ਸਾਡੀ ਵੀ ਰੱਖੋ। ਦੀਨ ਦਿਆਲ ਕੀ ਬਾਣ ਵਿਚਾਰ। ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ, ਤੁਹਾਡਾ ਸੁਭਾਅ ਹੈ, ਤੁਹਾਡੀ ਆਦਤ ਹੈ ਵੀ ਤੁਸੀਂ ਆਪਣੇ ਗਰੀਬਾਂ ਸੇਵਕਾਂ ਦੀ ਬਾਹ ਫੜਦੇ ਹੋ। ਜਾਂ ਤੇ ਹਮ ਪ੍ਰਤੀਖ ਨਾ ਧਾਰਤ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਅਸੀਂ ਤੁਹਾਡੀ ਉਡੀਕ ਕਰ ਰਹੇ ਹਾਂ। ਆਓ ਕਿਰਪਾ ਕਰਕੇ ਇਧਰ ਚਰਨ ਪਾਓ। ਸ਼ਰਧਾ ਪੂਰੇ ਅੰਤਰ ਜਾਮੀ। ਇਹ ਪਾਤਸ਼ਾਹ ਆਪਣੇ ਸੇਵਕਾਂ ਦੀ ਸ਼ਰਧਾ ਪੂਰਨ ਕਰਨ ਵਾਲੇ ਹੋ। ਦਾਸਨ ਕੀ ਬੇਨਤੀ ਸੁਨ ਸੁਆਮੀ। ਆਪਣੇ ਦਾਸਾਂ ਦੀ ਬੇਨਤੀ ਸੁਣੋ ਪਾਤਸ਼ਾਹ। ਅਪਰ ਜਹਾਂ ਕਹਿ ਪ੍ਰੇਮ ਨਿਹਾਰੇ। ਇਹ ਸੱਚੇ ਪਾਤਸ਼ਾਹ ਜਿੱਥੇ ਵੀ ਤੁਸੀਂ ਦੇਖਿਆ ਪ੍ਰੇਮ ਹੀ ਦੇਖਿਆ ਹੈ, ਪ੍ਰੇਮ ਦੇ ਹੀ ਭੁੱਖੇ ਹੋ। ਸਭ ਕੋ ਤਿਆਗਤ ਤਹਾਂ ਪਧਾਰੀ। ਜਿੱਥੇ ਕੋਈ ਪ੍ਰੇਮ ਕਰਦਾ ਹੈ, ਉੱਥੇ ਪਹਿਲਾਂ ਪਹੁੰਚਦੇ ਹੋ, ਬਾਕੀ ਸਭ ਨੂੰ ਪਿੱਛੇ ਛੱਡ ਦਿੰਦੇ ਹੋ। ਕਹਿ ਕਹਾਂ ਲਗ ਗਿਣਤੀ ਕਰ ਕੈ। ਇਹ ਮਹਾਰਾਜ ਕਿੱਥੋਂ ਤੱਕ ਕਹੀਏ। ਕਰੈ ਹਕਾਰਨ ਨਾਮ ਸਿਮਰ ਕੈ। ਗੁਰੂ ਤੇਗ ਬਹਾਦਰ, ਗੁਰੂ ਤੇਗ ਬਹਾਦਰ, ਗੁਰੂ ਤੇਗ ਬਹਾਦਰ, ਗੁਰੂ ਤੇਗ ਬਹਾਦਰ। ਇਹ ਜਾਪ ਹੁਣ ਸੰਗਤਾਂ ਦੀ ਰਸਨਾ ਤੇ ਚੱਲਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਆਓ ਆਓ ਆਓ। ਇਹ ਪੂਰਬ ਦੇ ਸਿੱਖ ਅਰਦਾਸਾਂ ਕਰਦੇ ਹਨ। ਧਨ ਐਸ਼ਵਰਜ ਨਹੀਂ ਕਿਸ ਦੇਖੋ। ਇਹ ਮਹਾਰਾਜ ਤੁਸੀਂ ਕਿਸੇ ਦਾ ਪੈਸਾ ਨਹੀਂ ਵੇਖਦੇ, ਕਿਸੇ ਦੀ ਪ੍ਰਾਪਰਟੀ ਨਹੀਂ ਦੇਖਦੇ। ਸੋਚ ਤਪ ਤਾਪਨ ਨਹੀਂ ਪਰੇਖੋ। ਉਹ ਬੜੀ ਸੁਚਮ ਰੱਖਦਾ ਹੈ, ਬੜੇ ਤਪ ਕਰਦਾ ਹੈ, ਬੜੇ ਨਿਤਨੇਮ ਕਰਦਾ ਹੈ, ਇਹ ਵੀ ਨਹੀਂ ਦੇਖਦੇ। ਤੁਸੀਂ ਪ੍ਰੇਮ ਦੇਖਦੇ ਹੋ। ਹਾਂਜੀ। ਖਾਟ ਸ਼ਾਸਤਰਨ ਮੈਂ ਵਿਦਿਆ ਪੰਡਤ। ਕੋਈ 6 ਸ਼ਾਸਤਰ ਪੜਿਆ ਪੰਡਤ ਵਿਦਵਾਨ ਹੋਵੇ, ਤੁਸੀਂ ਇਹ ਵੀ ਨਹੀਂ ਦੇਖਦੇ। ਆਤਮਤ ਜੁਤ ਮੰਡਤ ਮਤ ਖੰਡਤ। ਜਿਹੜਾ ਆਪਣੀ ਮਤ ਦਾ ਮੰਡਨ ਤੇ ਦੂਜਿਆਂ ਦਾ ਖੰਡਨ ਕਰਦਾ ਹੋਵੇ, ਬੜਾ ਚਲਾਕ ਚਤਰ ਪੜਿਆ ਲਿਖਿਆ ਗਿਆਨੀ ਧਿਆਨੀ, ਉਹਨੂੰ ਵੀ ਨਹੀਂ ਦੇਖਦੇ। ਤੁਸੀਂ ਮੇਰੇ ਸਤਿਗੁਰੂ ਜੀ ਇਤਿਆਦਿਕ ਸਭ ਹਨ ਕੋ ਤਿਆਗਤ। ਉਹਨਾਂ ਸਾਰਿਆਂ ਨੂੰ, ਭਾਵ ਅਮੀਰਾਂ ਨੂੰ ਵੀ, ਵਿਦਵਾਨਾਂ ਨੂੰ ਵੀ, ਉੱਚੀ ਜਾਤਾਂ ਵਾਲਿਆਂ ਨੂੰ ਵੀ, ਰਾਜਿਆਂ ਨੂੰ ਵੀ ਛੱਡ ਕੇ ਮਹਾਰਾਜ ਗਰੀਬ ਪ੍ਰੇਮੀ ਦੇ ਘਰ ਆ ਜਾਂਦੇ। ਉਹ ਪ੍ਰੇਮੀ ਭਾਵੇਂ ਗਰੀਬ ਹੋਵੇ ਭਾਵੇਂ ਅਮੀਰ ਹੋਵੇ, ਉਹ ਪ੍ਰੇਮੀ ਭਾਵੇਂ ਪੰਡਤ ਹੋਵੇ ਤੇ ਭਾਵੇਂ ਹਰੀਜਨ ਹੋਵੇ, ਕਿਸੇ ਜਾਤ ਦਾ ਹੋਵੇ, ਮੁਸਲਮਾਨ ਹੋਵੇ ਭਾਵੇਂ ਹਿੰਦੂ ਹੋਵੇ, ਉਹਦੇ ਘਰ ਆ ਜਾਂਦੇ ਹੋ ਮਹਾਰਾਜ। ਹਾਂਜੀ। ਜੇ ਪਗ ਪੰਕਜ ਮਹਿ ਅਨੁਰਾਗਤ। ਜਿਹੜਾ ਤੁਹਾਡੇ ਨਾਲ ਪ੍ਰੇਮ ਕਰਦਾ ਹੈ ਨਾ, ਸਾਚ ਕਹੋ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਤਿਨ ਕੋ ਪ੍ਰੇਮ ਪਰਖ ਕਰ ਸੁਆਮੀ। ਇਹ ਮਹਾਰਾਜ ਉਹਨਾਂ ਦਾ ਪ੍ਰੇਮ ਪਰਖ ਕੇ ਬਸੀ ਰਹੋ ਨਿਤ ਅੰਤਰ ਜਾਮੀ। ਉਹਨਾਂ ਦੇ ਵਸ ਰਹਿੰਦੇ ਹੋ। ਤਤਛਿਨ ਪੂਰਤ ਹੋ ਅਬ ਲਾਖਾ। ਤਤਛਿਨ ਉਹਨਾਂ ਦੀ ਇੱਛਾ ਪੂਰੀ ਕਰਦੇ ਹੋ। ਇਹ ਪ੍ਰਣ ਤੁਮਰੋ ਸਭ ਹਨ ਭਾਖਾ। ਇਹ ਤੁਹਾਡਾ ਪਰਣ ਵੇਦਾਂ ਸ਼ਾਸਤਰਾਂ 'ਚ ਵੀ ਲਿਖਿਆ ਹੈ ਤੇ ਸਾਰੇ ਮਹਾਤਮਾ ਵੀ ਕਹਿੰਦੇ ਹਨ। ਵੈਦਿਕ ਰੀਤੀ ਲੌਕਿਕ ਕਾਨ। ਦੁਨੀਆ ਦੀ ਵੈਦਿਕ ਰੀਤੀ ਤੇ ਲੌਕਿਕ ਰੀਤੀ ਤਜ ਕਰ ਤਤਛਿਨ ਸ੍ਰੀ ਭਗਵਾਨ। ਉਹ ਛੱਡ ਕੇ ਭਗਵਾਨ ਜੀ ਬਸੀ ਰਹਿਤ ਨਿਸ ਦਿਨ ਤਿਸ ਕੇਰੇ। ਪ੍ਰੇਮੀ ਦੇ ਵਾਸ ਰਹਿੰਦੇ। ਜਦੋਂ ਪ੍ਰੇਮੀ ਦੀ ਗੱਲ ਆਉਂਦੀ ਉਦੋਂ ਵੇਦ ਰੀਤੀ ਵੀ ਤਿਆਗ ਦਿੰਦੇ ਤੇ ਲੋਕ ਰੀਤੀ ਦੀ ਵੀ ਪਰਵਾਹ ਨਹੀਂ ਕਰਦੇ। ਗੁਣ ਵਿਸਾਲ ਇਹ ਪ੍ਰਭ ਸਭ ਹੇਰੇ। ਇਹ ਤੁਹਾਡੇ ਵੱਡੇ ਗੁਣ ਹਨ ਪ੍ਰਭੂ ਜੀ। ਇਮ ਪੂਰਬ ਦਿਸ ਕੀ ਨਿਤ ਸੰਗਤ। ਇਸ ਤਰ੍ਹਾਂ ਪੂਰਬ ਦੀ ਸੰਗਤ ਅਰਦਾਸਾਂ ਕਰਦੀ ਸਾਧ ਸੰਗਤ ਜੀ। ਕਰਨ ਅਰਾਧਤ ਮਿਲ ਮਿਲ ਪੰਗਤ। ਆ ਗੁਰੂ ਨੂੰ ਯਾਦ ਕਰਦੇ ਮਹਾਰਾਜ ਆਓ ਆਓ ਆਓ, ਗੁਰੂ ਸਾਹਿਬ ਕਿਰਪਾ ਕਰੋ।
ਸੰਗ੍ਰਹਿ ਵਸਤੁਨ ਕੋ ਕਰ ਪ੍ਰੇਮ ਬੜੀਆਂ ਬੜੀਆਂ ਵਧੀਆ ਚੀਜ਼ਾਂ ਇਕੱਠੀਆਂ ਕਰਕੇ ਰੱਖੀਆਂ ਗੁਰੂ ਵਾਸਤੇ। ਹਰ ਪੈ ਗੁਰਨ ਧਾਰਤੇ ਨੇਮ ਗੁਰੂ ਨੂੰ ਭੇਟਾ ਕਰਾਂਗੇ ਇਹ ਨਿਯਮ ਕੀਤਾ ਹੈ। ਸ਼ਬਦ ਕੀਰਤਨ ਗਾਵਤ ਭਲੇ ਰੋਜ਼ ਸ਼ਬਦ ਕੀਰਤਨ ਕਰਦੇ ਨੇ। ਅਨੁਰਾਗਤ ਲੋਚਨ ਜਲ ਚਲੇ ਅੱਖਾਂ 'ਚੋਂ ਪਿਆਰ ਦੇ ਹੰਝੂ ਵਗਦੇ, ਸਿੱਖ ਰੋ ਰੋ ਕੇ ਯਾਦ ਕਰਦੇ ਨੇ। ਪੂਰਬ ਭਾਗ ਜਗੇ ਜਿਨ ਕੇਰੇ ਜਿਨ੍ਹਾਂ ਦੇ ਪੂਰਵਲੇ ਕਰਮ ਜਾਗੇ ਨੇ, ਤਿਨ ਕੇ ਉਰ ਭਾ ਪ੍ਰੇਮ ਉਹਨਾਂ ਦੇ ਮਨ 'ਚ ਪ੍ਰੇਮ ਪੈਦਾ। ਪ੍ਰੇਮ ਐਵੇਂ ਨਹੀਂ ਮਿਲਦਾ। ਪ੍ਰੇਮ ਦੇ ਬਹੁਤ ਹਜ਼ਾਰਾਂ ਜਨਮਾਂ ਦੀ ਤਪੱਸਿਆ ਤੋਂ ਬਾਅਦ ਪ੍ਰੇਮ ਮਿਲਦਾ ਹੈ। ਉਹਨਾਂ ਨੂੰ ਪ੍ਰੇਮ ਦੀ ਪ੍ਰਾਪਤੀ, ਗੁਰੂ ਨਾਲ ਇਸ਼ਕ ਲੱਗ ਗਿਆ ਹੈ। ਨਿਉ ਲੱਗਾ ਰੱਬ ਸੇਤੀ ਦੇਖਨੇ ਵਿਚਾਰ। ਹਾਂਜੀ, ਸਿਮਰੈ ਵਾਹਿਗੁਰੂ ਸਭ ਸਮੈ ਹਰ ਵੇਲੇ ਵਾਹਿਗੁਰੂ 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 ਸਿਮਰਦੇ ਹਨ। ਦੀਨ ਜਾਨ ਦੇਹੁ ਦਰਸ਼ਨ ਮਹਾਰਾਜ ਸਾਨੂੰ ਗਰੀਬਾਂ ਨੂੰ ਦਰਸ਼ਨ ਦਿਓ। ਸੁਨੇ ਸੋ ਗੁਣ ਸ੍ਰੀ ਤੇਗ ਬਹਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਹਾਡੇ ਗੁਣ ਸੁਣੇ ਨੇ। ਜੈ ਸਿਮਰੈ ਤੈ ਤਤ ਛਨ ਹੱਦ ਜਿੱਥੇ ਯਾਦ ਕਰੀਏ ਉੱਥੇ ਹਾਜ਼ਰ ਹੋ ਜਾਂਦੇ ਸੱਚੇ ਪਾਤਸ਼ਾਹ। ਦਰਸ਼ਨ ਦੇਤ ਸਹਾਇਕ ਬਨ ਆਪਣੇ ਸੇਵਕਾਂ ਦੀ ਸਹਾਇਤਾ ਜਿਵੇਂ ਮੱਖਣ ਸ਼ਾਹ ਦਾ ਜਹਾਜ਼ ਬੰਨੇ ਲਾਇਆ ਇਵੇਂ ਕਰਦੇ ਹੋ। ਕਿਸ ਮਹਿ ਨਹਿ ਕੋ ਸੰਸਾਪਨ ਇਹਦੇ ਤੇ ਕੋਈ ਸੰਸਾ ਨਹੀਂ, ਸਭ ਦਾ ਵਿਸ਼ਵਾਸ ਪੱਕਾ ਹੈ। ਗੁਰੂ ਗ੍ਰੰਥ ਸਾਹਿਬ ਕੇ ਆਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਹੁੰਦੀਆਂ ਉੱਥੇ ਵੀ ਗੁਰਦੁਆਰਿਆਂ 'ਚ ਅਰਦਾਸ ਗੁਰੂ ਅੱਗੇ ਹੀ ਕਰਦੇ ਨੇ। ਹਾਥ ਜੋੜ ਬਿਨਵਤ ਬੜ ਭਾਗੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਸਾਧ ਸੰਗਤ ਜੀ, ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਭਾਈ ਬੰਨੋ ਸਾਹਿਬ ਵਾਲੇ ਸਰੂਪ ਦੇ ਉਤਾਰੇ ਨੇ ਉਹ ਪੂਰਬ 'ਚ ਅਜੇ ਵੀ ਪਏ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਦੇ ਧੂਬੜੀ ਸਾਹਿਬ ਵੀ ਦਾਸ ਨੇ ਦਰਸ਼ਨ ਕੀਤੇ, ਲਖਨਊ ਵੀ ਕੀਤੇ ਹੈ। ਇਸੇ ਤਰ੍ਹਾਂ ਪਟਨਾ ਸਾਹਿਬ ਵੀ ਪੁਰਾਤਨ ਬੀੜਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਦੀਆਂ ਜਿਹੜੀਆਂ ਭਾਈ ਬੰਨੋ ਸਾਹਿਬ ਜੀ ਦੇ ਸਰੂਪ ਦੇ ਉਤਾਰੇ ਹਨ। ਉਦਾਸੀ ਮਹਾਤਮਾ ਨੇ ਕੀਤੇ, ਡੇਰਿਆਂ 'ਚ ਪ੍ਰਕਾਸ਼ ਕਰਦੇ ਸੀ। ਉਹਦੇ ਅੱਗੇ ਵੀ ਅਰਦਾਸ ਕਰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਜੋ। ਕਰੋ ਹਮਾਰੀ ਪੂਰਨ ਆਸਾ ਇਹ ਗੁਰੂ ਗ੍ਰੰਥ ਸਾਹਿਬ ਸਾਡੀ ਆਸਾ ਪੂਰੀ ਕਰੋ। ਜਾਗਤ ਜੋਤ ਮੁਕੰਦ ਸੁਦਾਸਾ ਤੁਸੀਂ ਮਹਾਰਾਜ ਜਾਗਦੀ ਜੋਤ ਹੋ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਮਹਾਰਾਜ ਤੁਸੀਂ ਗੁਰੂ ਦੇ ਦਰਸ਼ਨ ਕਰਾਓ। ਗੁਰੂ ਤੇਗ ਬਹਾਦਰ ਸਾਹਿਬ ਜੀ ਆਉਣ ਸਾਡੇ ਕਿਰਪਾ ਕਰਕੇ। ਕਰੈ ਤਿਹਾਵਲ ਪਨ ਅਰਦਾਸ ਸਿੱਖ ਕੜਾਹ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਕਰਦੇ ਤੇ ਅਰਦਾਸ ਕਰਦੇ ਨੇ। ਬੰਦਤ ਹੈ ਕਰ ਸਤਿਗੁਰ ਆਸਾ ਤੇ ਅਰਦਾਸ ਕਰਦੇ ਨੇ, ਮਹਾਰਾਜ ਨੂੰ ਯਾਦ ਕਰਦੇ ਨੇ। ਜੈ ਬਿਲਮੋ ਸ੍ਰੀ ਤੇਗ ਬਹਾਦਰ ਦੇਰੀ ਨਾ ਕਰੋ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਛੇਤੀ ਆ ਜਾਓ। ਜੋ ਦਰਸ਼ਨ ਹਮ ਬੰਦੈ ਸਾਦਰ ਛੇਤੀ ਆ ਕੇ ਦਰਸ਼ਨ ਦਿਓ। ਏਦਾਂ ਅਰਦਾਸ ਕਰਦੇ ਨੇ। ਇਸ ਪ੍ਰਕਾਰ ਪੂਰਬ ਦਿਸ ਮਾਹੀ ਇਸ ਤਰ੍ਹਾਂ ਪੂਰਬ ਦੇ ਇਲਾਕੇ ਵਿੱਚ ਕਿਲਕ ਗ੍ਰਾਮ ਮਹਿ ਕਿਤਪੁਰ ਜਾਹੀ ਕਿਸੇ ਪਿੰਡ ਕਿਸੇ ਸ਼ਹਿਰ ਵਿੱਚ ਜਿੱਥੇ ਕੋਈ ਸਿੱਖ ਰਹਿੰਦਾ ਅਰਦਾਸ ਕਰਦਾ। ਗੁਰ ਪ੍ਰਤੀਖਤ ਪ੍ਰੇਮ ਉਪਾਏ ਗੁਰੂ ਸਾਹਿਬ ਨੂੰ ਪ੍ਰੇਮ ਨਾਲ ਯਾਦ ਕਰਦੇ ਨੇ। ਜੈ ਕੈ ਗੁਣ ਗਾਵਤ ਉਮ ਗਾਏ ਗੁਰੂ ਦੇ ਗੁਣ ਗਾਉਂਦੇ ਨੇ। ਸ੍ਰੀ ਗੁਰ ਤੇਗ ਬਹਾਦਰ ਸਵਾਮੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਲਖੋ ਬਤਾਂਤ ਸੋ ਅੰਤਰ ਉਹਨਾਂ ਦੇ ਸਿੱਖਾਂ ਦੀ ਅਰਦਾਸ ਸੁਣਨ ਲਈ ਜਾਣ ਕੇ ਉਹਨਾਂ ਦੇ ਹਿਰਦੇ ਦੀ ਪੀੜਾ ਸਭ ਕਾਰਜ ਤਜ ਚਾਹਤ ਚੱਲੇ ਸਾਰੇ ਕੰਮ ਛੱਡ ਕੇ ਉਹਨਾਂ ਨੂੰ ਦਰਸ਼ਨ ਦੇਣ ਚੱਲੇ ਨੇ। ਮਹਾਰਾਜ ਦਰਸ਼ਨ ਦੇਤ ਸੰਗਤਾਂ ਭਲੇ ਸੰਗਤਾਂ ਨੂੰ ਦਰਸ਼ਨ ਦਿੰਦੇ ਜਾ ਰਹੇ ਨੇ ਗੁਰੂ ਜੀ। ਜਿਉ ਜਿਉ ਪ੍ਰੇਮ ਵਧੈ ਤਿਨ ਕੇਰਾ ਜਿਵੇਂ ਜਿਵੇਂ ਉਹਨਾਂ ਦੇ ਮਨ 'ਚ ਪ੍ਰੇਮ ਵੱਧਦਾ ਜਾ ਰਿਹਾ ਹੈ, ਤਿਉ ਤਿਉ ਚਿਤ ਅਕਲਾਏ ਵੱਡੇ ਇਹ ਤਾਂ ਗੁਰੂ ਨੂੰ ਖਿੱਚ ਵੀ ਉਦਾਂ ਹੀ ਪੈ ਰਹੀ ਹੈ। ਬੜੇ ਵਿਆਕੁਲ ਨੇ ਵੀ ਛੇਤੀ ਜਾ ਕੇ ਦਰਸ਼ਨ ਦਈਏ। ਹੁਣ ਮਿਲਨ ਚਾਹਤ ਹੈ ਸਿੱਖਨ ਆਪਣੇ ਸਾਡੇ ਸਿੱਖਾਂ ਨੂੰ ਮਹਾਰਾਜ ਕਹਿੰਦੇ ਜਾ ਕੇ ਮਿਲੀਏ। ਜਿਨੋ ਲਗੀ ਲਿਵ ਗੁਰ ਗੁਰ ਜਪ ਜਿਹੜੇ ਗੁਰੂ ਗੁਰੂ ਜਪਦੇ ਲਿਵ ਲਾ ਕੇ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਸ ਤਰ੍ਹਾਂ ਗਏ ਸਨ ਪਟਨਾ ਸਾਹਿਬ ਵੱਲ, ਉਹ ਕਵੀ ਜੀ ਨੇ ਬੜਾ ਸੁੰਦਰ ਬਿਆਨ ਕੀਤਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਲਿਖਿਆ, ਮੁਰ ਪਿਤ ਪੂਰਬ ਕੀਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾ ਤਿਰਵੇਣੀ ਭਏ ਪੁੰਨ ਦਾਨ ਦਿਨ ਕਰਦ ਬਿਤਏ ਤਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਭਵ ਲਿਓ। ਆਪਾਂ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਗੁਰੂ ਕਿਰਪਾ ਕਰੇ ਸਾਡੇ ਹਿਰਦੇ 'ਚ ਪ੍ਰੇਮਾ ਭਗਤੀ ਦਾ ਬੀਜ ਅੰਕੁਰ ਫੁੱਟੇ। ਅਸੀਂ ਲੋਕ ਸੁਖੀਏ ਪਰ ਲੋਕ ਸੁਹੇਲੇ ਬਣੀਏ। ਇਤਨੇ ਭਜਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ।